ਭਗਤ ਰਾਮਾਨੰਦ ਜੀ, ਭਗਤ ਕਬੀਰ ਸਾਹਿਬ ਜੀ ਦੇ ਵੀ ਗੁਰੂ ਨੇ, ਭਗਤ ਸੈਣ ਜੀ ਦੇ ਵੀ ਗੁਰੂ ਨੇ। ਤੇ ਜਦੋਂ 10 ਕੁ ਸਾਲ ਦੀ ਆਪ ਜੀ ਦੀ ਅਵਸਥਾ ਸੀ ਨਾ, ਲਾਹੌਰ ਆਪਣੀ ਭੂਆ ਦੇ ਕੋਲ ਜਾ ਕਰਕੇ ਕੁਝ ਸਮਾਂ ਰਹੇ ਨੇ, ਫਿਰ ਵਾਪਸ ਆਪਣੇ ਨਗਰ ਆਏ ਨੇ, ਫਿਰ ਕਾਂਸ਼ੀਪੁਰੀ ਆ ਕਰਕੇ ਰਹੇ ਨੇ। ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਤਿੰਨਾਂ ਦੇ ਬਣਾਏ ਹੋਏ ਸ਼ਬਦਾਂ ਨੂੰ ਹਰ ਵੇਲੇ ਆਪ ਜੀ ਗਾਇਨ ਕਰਦੇ ਰਹਿੰਦੇ ਨੇ। ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਥਾਏ ਬਚਨ ਨੇ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਰੀ ਅਕਾਲ ਪੁਰਖ ਵਾਹਿਗੁਰੂ ਮੇਰਾ ਸੱਜਣ ਬੜਾ ਮਿੱਠ ਬੋਲੜਾ ਹੈ। ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲਾ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਤੇ ਸਾਧ ਸੰਗਤ ਜੀ, ਪਰਮੇਸ਼ਰ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਹੌਲੀ ਹੌਲੀ ਪਰਮੇਸ਼ਰ ਜੀ ਦੇ ਹੀ ਗੁਣ ਜਿਹੜੇ ਨੇ ਪ੍ਰਵੇਸ਼ ਕਰਦੇ ਜਾਂਦੇ ਨੇ। ਤੇ ਜਿਵੇਂ ਜਿਵੇਂ ਪਰਮੇਸ਼ਰ ਜੀ ਦੇ ਗੁਣ ਤਿੰਨਾਂ ਪਿਆਰਿਆਂ ਦੇ ਅੰਦਰ ਪ੍ਰਵੇਸ਼ ਕਰਦੇ ਜਾਂਦੇ ਨੇ, ਉਹ ਤਿਵੇਂ ਤਿਵੇਂ ਪਰਮੇਸ਼ਰ ਦਾ ਹੀ ਸਰੂਪ ਹੁੰਦੇ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਕੋਈ ਭੇਦ ਨਹੀਂ ਰਹਿ ਜਾਂਦਾ, ਫਰਕ ਨਹੀਂ ਰਹਿ ਜਾਂਦਾ। ਮਿੱਠ ਬੋਲੜੇ ਪ੍ਰਮਾਤਮਾ ਜੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਿੱਠ ਬੋਲੜੇ ਹੋ ਗਏ। ਭਗਤ ਸੈਣ ਜੀ ਕੌੜਾ ਬੋਲਣਾ, ਰੁੱਖਾ ਬੋਲਣਾ ਤੇ ਜਾਣਦੇ ਹੀ ਨਹੀਂ। ਸਭਨਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਜਾਣ ਕਰਕੇ ਅੰਤ ਸਨੇਹ ਕਰਦੇ ਨੇ। ਮਿੱਠ ਬੋਲੜੇ ਨੇ, ਮਿਲਾਪੜੇ ਸੁਭਾਵ ਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਭਗਤੀ ਕਰਦੇ ਨੇ। ਤੇ ਜਿਹੜਾ ਵੀ ਕੋਈ ਮਿਲਣ ਵਾਸਤੇ ਆਉਂਦਾ ਹੈ, ਸਭਨਾਂ ਨੂੰ ਬੰਦਗੀ ਦਾ ਉਪਦੇਸ਼ ਦੇਣਾ ਕਰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਜੋ ਰੇਵਾ ਦਾ ਰਾਜਾ ਹੈ, ਰਾਮ ਜਿਸ ਦਾ ਨਾਮ ਹੈ, ਤਿਸ ਦੇ ਪਾਸ ਆਪ ਜੀ ਨੇ ਤਿਸ ਦੇ ਦਰਬਾਰ ਦੇ ਅੰਦਰ ਚਾਕਰੀ ਕੀਤੀ ਹੈ, ਨੌਕਰੀ ਕੀਤੀ ਹੈ। ਇਸ ਪ੍ਰਕਾਰ ਚਾਕਰੀ ਕਰਦਿਆਂ ਹੋਇਆਂ ਵੀ ਆਪ ਜੀ ਰਾਜ ਜੋਗ ਦੇ ਵਿੱਚ ਜੁੜੇ ਨੇ। ਰਾਜ ਦਾ ਭਾਵ ਹੁੰਦਾ ਪ੍ਰਕਾਸ਼ ਸਵਰੂਪ, ਤੇ ਜੋਗ ਦਾ ਭਾਵ ਹੁੰਦਾ ਜੁੜਨਾ। ਰਾਜ ਜੋਗ ਪ੍ਰਕਾਸ਼ ਸਰੂਪ ਪਰਮਾਤਮਾ ਜੀ ਦੇ ਅੰਦਰ ਮਨ ਦੀ ਸੁਰਤ ਕਰਕੇ ਜੁੜੇ ਰਹਿਣਾ। ਜਿਵੇਂ ਹੱਠ ਜੋਗ ਇਤਿਆਦਿਕ ਹੁੰਦੇ ਨੇ, ਪਰ ਗੁਰੂ ਘਰ ਦੇ ਅੰਦਰ ਭਗਤੀ ਜੋਗ, ਰਾਜ ਜੋਗ ਪ੍ਰਵਾਨ ਹੈ। ਆਪ ਜੀ ਨੇ ਰਾਜ ਜੋਗ ਨਿਭਾਇਆ ਹੈ। ਡਿਊਟੀ ਆਪਣੀ ਕਰਦੇ ਨੇ, ਨੌਕਰੀ ਕਰਦੇ ਨੇ, ਚਾਕਰੀ ਕਰਦੇ ਨੇ। ਪਰ ਜਿਵੇਂ ਗੁਰਮਤਿ ਦੇ ਪੂਰਨੇ ਭਗਤ ਜਨਾਂ ਨੇ ਪਾਏ ਨੇ ਨਾ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸੇ ਪ੍ਰਕਾਰ ਸਾਧ ਸੰਗਤ ਜੀ, ਰਾਜ ਦਾ ਭਾਵ ਹੋਇਆ ਕਰਦਾ ਹੈ ਗਿਆਨ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਬ੍ਰਹਮ ਗਿਆਨ ਦੇ ਦਾਤਾ ਜੀ ਨੇ, ਤੇ ਬ੍ਰਹਮ ਗਿਆਨ ਦੁਆਰਾ ਪ੍ਰਾਪਤ ਹੁੰਦੇ ਨੇ। ਐਸੇ ਗਿਆਨ ਸਰੂਪ ਪਰਮੇਸ਼ਰ ਜੀ ਦੇ ਅੰਦਰ ਜੋਗ ਜੁੜੇ ਰਹਿੰਦੇ ਨੇ। ਰਾਜ ਜੋਗ ਪ੍ਰਕਾਸ਼ ਸਰੂਪ ਪਰਮੇਸ਼ਰ ਜੀ ਦੇ ਅੰਦਰ ਜੁੜੇ ਰਹਿੰਦੇ ਨੇ। ਗਿਆਨ ਸਰੂਪ ਪਰਮੇਸ਼ਰ ਜੀ ਦੇ ਨਾਲ ਜੁੜੇ ਰਹਿੰਦੇ ਨੇ। ਗ੍ਰਸਤ ਦੇ ਕਾਰਜ ਵਿਵਹਾਰ ਕਰਦਿਆਂ ਹੋਇਆਂ ਪਰਮੇਸ਼ਰ ਜੀ ਦੀ ਯਾਦ, ਪਰਮੇਸ਼ਰ ਜੀ ਦਾ ਨਾਮ, ਪਰਮੇਸ਼ਰ ਜੀ ਦਾ ਸਿਮਰਨ ਕਦੇ ਭੁੱਲਦਾ ਨਹੀਂ। ਇਵੇਂ ਜਿੱਥੇ ਆਪਣੇ ਹੱਥੀਂ ਕਿਰਤ ਕਰਦੇ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਉਪਜੀਵਕਾ ਵਾਸਤੇ, ਵਾਹਿਗੁਰੂ ਜੀ ਦੀ ਬੰਦਗੀ ਸਵਾਸ ਸਵਾਸ ਕਰਦੇ ਨੇ, ਸਿਮਰਨ ਭਜਨ ਕਰਦੇ ਨੇ। ਵਾਹਿਗੁਰੂ ਜੀ ਦਾ ਨਾਮ ਕਦਾਚਿਤ ਵੀ ਕਿਸੇ ਵੀ ਹਾਲਤ ਦੇ ਵਿੱਚ ਵਿਸਾਰਦੇ ਨਹੀਂ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਵਚਨ ਕਰਨਾ ਕਰਦੇ ਨੇ ਨਾ। ਆਪ ਜੀ ਨੇ ਐਸੀ ਪ੍ਰੇਮਾ ਭਗਤੀ ਕੀਤੀ ਏ, ਐਸੀ ਭਗਤੀ ਆਪ ਜੀ ਦੀ ਪ੍ਰਵਾਨ ਚੜੀ ਏ। ਘਰ ਘਰ ਦੇ ਵਿੱਚ ਆਪ ਜੀ ਦਾ ਨਾਮ ਸੁਣਿਆ ਗਿਆ ਕਿ ਭਗਤ ਸੈਣ ਜੀ ਵੀ ਐਸੇ ਭਗਤ ਹੋਏ ਨੇ ਜੋ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਸਤਿਗੁਰੂ ਜੀ ਆਸਾ ਰਾਗ ਦੇ ਅੰਦਰ ਫਰਮਾਨ ਕਰਦੇ ਨੇ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਜੋ ਕਿ ਭਗਤ ਸੈਣ ਜੀ ਨੇ ਘਰ ਘਰ ਦੇ ਅੰਦਰ ਤਿੰਨਾਂ ਦੇ ਨਾਮ ਦੀ ਚਰਚਾ, ਘਰ ਘਰ ਦੇ ਅੰਦਰ ਵਡਿਆਈ ਹੋਈ। ਹਿਰਦੇ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਜੀ ਵਸ ਗਏ ਹੋਏ ਨੇ। ਪਰਮੇਸ਼ਰ ਜੀ ਦਾ ਨਿਵਾਸ ਹੈ ਹਿਰਦੇ ਦੇ ਅੰਦਰ। ਆਪ ਜੀ ਦਾ ਹਿਰਦਾ ਪਰਮੇਸ਼ਰ ਜੀ ਦਾ ਘਰ ਬਣ ਗਿਆ ਹੈ। ਪਰਮੇਸ਼ਰ ਜੀ ਦੀ ਠਾਉਰ, ਪਰਮੇਸ਼ਰ ਜੀ ਦਾ ਟਿਕਾਣਾ ਹੈ। ਪਰਮੇਸ਼ਰ ਜੀ ਸਾਖਿਆਤਕਾਰ ਨੇ ਹਿਰਦੇ ਦੇ ਅੰਦਰ। ਆਪ ਜੀ ਪਰਮੇਸ਼ਰ ਜੀ ਦੀ ਭਗਤੀ ਪ੍ਰੇਮ ਦੇ ਸਹਿਤ ਕਰਦੇ ਨੇ ਤੇ ਸਵਾਸ ਸਵਾਸ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਗੁਜ਼ਾਰਦੇ ਨੇ। ਇਸ ਭਗਤੀ ਤੋਂ ਪ੍ਰਸੰਨ ਹੋ ਕਰਕੇ ਪ੍ਰਮਾਤਮਾ ਜੀ ਹਿਰਦੇ ਦੇ ਅੰਦਰ ਸਾਖਿਆਤਕਾਰ ਹੋ ਗਏ ਨੇ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਭਗਤਾਂ ਦੇ ਵਿੱਚ ਆਪ ਜੀ ਗਿਣੇ ਗਏ। ਕੈਸਾ ਆਪ ਜੀ ਦਾ ਪ੍ਰੇਮ ਹੋਵੇਗਾ, ਕੈਸੀ ਭਗਤੀ ਹੋਵੇਗੀ, ਕੈਸੀ ਬੰਦਗੀ ਹੋਵੇਗੀ, ਕੈਸੀ ਨਿਸ਼ਕਾਮਤਾ ਹੋਵੇਗੀ,
कैसा राजयोग होवेगा कि आप जी दे प्रेम दी उदाहरण, बंदगी दी उदाहरण, भगती दी उदाहरण सतगुरु अर्जन देव सच्चे पातशाह महाराज साहब जी आप दे रहे ने। साध संगत जी उदाहरण सच दी दित्ती जांदी है, उदाहरण ऐसे प्रमाण दी दित्ती जांदी जिहड़ा वड्डा होवे, जिस नूं देख करके समझ आ जावे। ते सतगुरु जी उदाहरण दे करके आप जिवें होर भगतां दे नाम दा प्रमाण दे करके समझाउंदे ने, आप जी दे भगत दा भी प्रमाण दे करके समझाउंदे ने। इसे प्रकार भाई साहब भाई गुरदास जी ने आप जी दे जीवन चरित्र नूं अपनी 10वीं वार दी पूरी एक पौड़ी दे विच लिखना कीता है। जिस भाई साहब जी दी 10वीं वार नूं ज्ञान रत्नावली भी आख्या जाता है। सो इस प्रकार आप जी लिखना करते ने, घर परिवार दे अंदर रहिंदियां गृहस्थ धर्म दी किरत नूं करदियां ते विवहारिक कारजां नूं निभाउंदियां आप जी बंदगी करदे ने। आप जी दी किरत है नत्तियां बुत्तियां करने, छोटे मोटे कारज करने। राजे दे दरबार विच आप जी दी ड्यूटी चाकरी की है? राजे दे नौह कटदे ने, राजे दी मालिश करदे ने, उस नूं इशनान करवाउंदे ने, ते जदों इशनान करवाउंदे ने जेड़े वस्त्र राजा उतारदा है उन्हां नूं संभालदे ने ते नवे वस्त्र उस नूं पहनाउंदे ने। इह नित दी सेवा है राजे दी जो भगत सैन जी करदे ने। वड्डे तड़के राजे दे कोल पहुंच जांदे ने, उस दी मालिश करदे ने, इशनान इत्यादिक कराउंदे ने, ते जेड़ा दिन दा समा बाकी आप जी दे कोल बचदा वो साधुआं दी संगत करदे ने, संत जनां दी सेवा करदे ने, सिमरन भजन करदे ने, बंदगी करदे ने। संत जनां दी हथी सेवा करके अत्यंत खुश हुंदे ने, उत्साह पूर्वक सेवा नूं कमाउंदे ने। जदों जदों समा मिलदा है संत जनां दे नाल जदों जदों मिलाप हुंदा है, जितनी सेवा आप जी दे पासों जथा जोग बण आउंदी आप जी करदे ने ते बंदगी ते हर वेले ही करदे ने। एक बार ऐसा समा बण आया, रात्रि दा समा है, संत मंडली आन उतरी है, संतां दा जथा एक आया है, तिन्हां नूं भोजन प्रसाद छकाया है, हथी सेवा कीती है, गर्म जल दे नाल चरण धोए ने, इशनान इत्यादिक करवाया है, भोजन छकाया है। ते खालसा जी उपरंत फिर दीवान सज गया ते संत जनां दे नाल मिल करके भगत सैन जी कीर्तन करन दे विच, अकाल पुरख वाहिगुरू जी दी बंदगी करने दे विच जुड़ गए हन। कीर्तन करदियां करदियां ऐसा आनंद आया, ऐसा रस वजा, कदों रात लंघ गई पता ही नहीं लगिया। ये प्रेम दी अवस्था है। जदों हिरदे विच प्रेम ना होवे, प्यार ना होवे, फिर 5 मिनट बैठना भी मुश्किल हो जाता है। ते जदों हिरदे दे अंदर प्यार होवे ना, फिर देश काल वस्तु भुल जाता है। देश तो भाव हुंदा असीं कित्थे बैठे हां, किस स्थान ते हां, उस स्थान दा भी चेता भुल जाना। इसे प्रकार काल तो किन्ने समय तो बैठे हैं, कितना समा बैठिया नूं हो गया, कदों उठांगे, इस प्रकार समय का ध्यान ही ना आना, मन विच फुरना ख्याल ही ना आना। ते वस्तु तो भाव है अपने शरीर तक तो भी बेखबर हो जाना, प्रेम रूपी हो जाना। कोई वस्तु कोई रख के चलिया गया, कोई चक के लै गया, कोई सरोकार नहीं रह जाता। बस ज्ञाता ज्ञान गे, ध्याता ध्यान ते एक स्वरूप हो जाते ने। ये प्रेम की अवस्था हुंदी है, देश काल वस्तु नूं भुल जाना। ऐसा संत जनां दे नाल मिल करके रसदायक कीर्तन करन दे विच लगे ने, देश काल वस्तु ही भुल गया है। रात लंघ गई, अमृत वेला हो गया, राजे नूं इशनान करवाउण दा समा हो गया, वस्त्र पहनाउण दा समा हो गया, पर कीर्तन भगती करदियां इतने मगन हो गए, ना ते राजे दा ध्यान आया, ना सवेर दा ध्यान आया, ना अपनी ड्यूटी दा ध्यान आया, क्योंकि हुण ध्यान दे विच परमेश्वर जी वसे ने। जदों ध्यान दे विच परमात्मा जी वसे होण, फिर बंदे दा ध्यान किथे, फिर राजे दा ध्यान किथे। ऐसी बंदगी दे विच प्रीत जुड़ी है, खीवे होए ने। वाहिगुरू जी दी बंदगी करदियां करदियां कदों सवेर हो गई, दिन चढ़ गया, पता ही नहीं लग्या। हुण प्रेम अवस्था दे विच मगन नूं दिन चढ़ गया है, साधु संत जनां दा ख्याल आया है, हुण छड्ड करके किवें राजे दी चाकरी वास्ते जावां, बेपरवाह हो गए। कोई नहीं, वाहिगुरू जी आप किरपा करनगे, परमात्मा जी आप संभालणगे। वाहिगुरू जी दे प्यारिआं नूं छड्ड के थोड़ा ना जा सकदे हां। भोजन प्रसाद इत्यादि तैयार करवाया है, सवेर दा भोजन प्रसादा सारे साधु महात्मा नूं प्रेम दे नाल छकाया है। ते जिस वेले भोजन प्रसादा छक के साधु जन चले गए ना, उन्हां नूं प्रेम दे सहित विदा करके फिर मन विच ध्यान आया, अज मैं राजे नूं इशनान करवाउण गया ही नहीं, राजे दी सेवा कीती होई नहीं, राजा मेरे नाल नाराज होवेगा, किधरे मैनूं नौकरी तो ही ना कढ देवे, उपजीविका भी जांदी रवे।
इस प्रकार भला जिहा विचार मन दे विच आया ते तैयारी करके ते राजे दे दरबार विच चले गए कि हुण मैं समय सिर ते नहीं जा सकिया, कवेला हो गया पर तां भी जाना ते बनदा ही है ना। ते जदों राजे दे दरबार विच गए ने मन विच संकोच बड़ा है। संकोच इस गल दा है बिना दसिया राजे नूं इस दी सेवा विच हाजिर होण तो नागा पै गया, मैं छुट्टी कर लईए ते राजा मेरे नाल नाराज होवेगा, मैनूं गुस्से होवेगा, कोई उलांभा देवेगा, झिड़केगा। ते जदों राजे दे दरबार विच भगत सैन जी पुजे नानी जी, इस वेले राजा सिंघासन तो उठ के खड़ा हो गया है। खड़ा होकर के सत्कार कीता है, अदब कीता है, आओ सैन जी, जी आया नूं, हुणे ही ते अजे सेवा करके गए सी फिर आ गए। भगत सैन जी हैरान हो गए, मैं ते अज आया ही नहीं, सेवा करते पुजा ही नहीं। मन विच विचार आया अज मैं सेवा करन नहीं आया, इशनान पान करवाउण नहीं आया, शायद राजा हासे दे मूड विच है, मेरे नाल मजाक करदा है, सारियां दे सामने मैनूं मजाक कर लगा है, मैं आया जू नहीं है। चंद को कदम भगत जी होर अगे वधे ने, बड़े उत्साह दे नाल जिहड़ा राजा है सिंघासन छड्ड के जिथे खड़ा होया सी उच्चे आसन तो उतर करके थले जमीन ते आ गया, क्योंकि राजियां दा जिहड़ा आसन है लगभग 5 फुट उच्चा होया करदा सी, सिंघासन उच्चा होया करदा सी जमीन दे नालों। बाकी दरबारियां दे जिहड़े आसन कुर्सियां इत्यादि होया करदियां सन ओ राजे दे सिंघासन नालों 5 फुट कह लीए नीवियां होया करदियां सन। राजे दा सिंघासन 5 फुट उच्चा होया करदा सी। पौड़ियां चढ़ के तख्त ते राजे बैठया करदे। पौड़ियां उतर करके आया है, बड़े प्यार दे नाल स्वागत कीता है। सैन जी जैसी सेवा तुसाने अज कीती है ना, रस आ गया है, जीवन बदल गया है, अज तुहाडी सेवा तो बहुता ही प्रसन्न हां। इतना ज्यादा राजा चाओ दे विच आया, खुशी दे विच आया है। साध संगत जी जदों राजे लोग किसी ते बख्शिश करया करदे ना, बहुता प्रसन्न होया करदे। किसी नूं हत्थ चों मुंदरी ला के दिया करदे, किसी नूं गल दे विचों माला ला करके सुच्चे मोतियां दी दे देनी, किसी नूं सोने दे कंगल ला करके दे देने जदों किसी ते खुश होना। पर भगत सैन जी दे उपर ये राम राजा रेवा दा राजा इन्ना ज्यादा प्रसन्न होया है। हुण मुंदरी सुच्चे मोतियां दी माला ते छोटियां छोटियां चीजां रह गईयां, अपने गल दे विचों अपना जामा लाया, अपनी पौशाक लाई है ते पौशाक ला करके भगत जी नूं पहना देना कीती है। जेड़ी तुसां ने सेवा अज कीती, जीवन बदल गया। भगत जी अत्यंत हैरान होए ते निमरता दे नाल कहन लगे, राजन अज तां मैं सेवा करन आया ही नहीं, मेरे पासों ते आया ही नहीं गया। आप जी कह रहे हो मैं अज सेवा बड़ी कीती है, मैनू ते लग्या तुसीं मेरे नाल मखौल कर रहे हो, मजाक कर रहे हो, पर महाराज आ जिहड़ा अपना पोशाका ही ला के मैनू पहना दिता है, ये मजाक नहीं हो सकता। इन्ने मेरे ते तुसीं कृपालू हो रहे हो, खुश हो रहे हो, पर महाराज सच्ची गल यह है मैं सेवा करन ते आया ही नहीं। राजा बड़ा विस्माद हो गया, हैरान हो गया, आश्चर्य मन गया। कैसी बात करदे हो, कुछ पल पहला ही ते तुसीं मेरे पासों विदा हो करके गए हो। ते राजे ने दसना कीता, जेड़ा मेरे शरीर दे कुछ हिस्से ते कोड़ दा रोग सी ना इन्ने चिर तो पुराना, ते जेड़ा कोड़ दा रोग शाही वैदां दे इलाजां दे नाल भी ठीक नहीं सी हुंदा, अज जदों तुसां सवेरे आ करके मेरी सेवा कीती, तुहाडा हथ मेरे शरीर नूं छुया ते मेरा कोड़ दा रोग भी दूर हो गया। ऐसी सेवा जेड़ा रोग दवाइयां दे नाल वैदां तो नहीं हटदा, शाही वैदां तो ठीक नहीं हुंदा, तुहाडा हथ लाउंदे ठीक हो गया, ते तुसीं कहिंदे हो तुसीं सेवा करन नहीं आए। भगत जी कहण लगे, मैं सच कहंदा हां। फिर पुछया तुसीं आए क्यों नहीं, थोड़ी देर पहला ते मेरे कोलों गए हो, तुसीं कहिंदे आए नहीं, ऐसा क्यों बोलदे हो। भगत जी ने दसना कीता, कल रात्रि दे समय घर दे विच संत जन आए सन, तिन्हां दी सेवा दे विच मैं लग गया। सारी रात कीर्तन हुंदा रहा, अमृत वेले कीर्तन दा भोग पिया है। उपरंत संत जनां नूं पहुं फटाले दे नाल दिन चढ़े दे नाल प्रशादा पानी भोजन छका करके उन्हां नूं विदा करके मैं फिर तुहाडे कोल आया हां। राजा कहण लगा, यह कैसे हो सकदा है, किवें हो सकदा है, तुसीं ते थोड़े पल मेरे तो पहलां गए हो, मेरे कोलों अजे विदा होए ही हो ते कुछ पलां बाद फिर हाजिर हो गए हो। भगत जी भी हैरान, मैं ते आया नहीं, कौतक किवें वापरिया है। ते फिर भगत जी ने अंतर ध्यान होके देखिया है। साध संगत जी मन विच शंका ना आ जावे,
कई बार शंका आ जाता, जे भगत जी अंतरजामी इकल्ले एक भगत की गल नहीं, गुरु साहबान जी ते भगतां ते महापुरखां ते अक्सर शंका आ जाता है। इस प्रकार आ जाता, जे अंतरजामी सन तो फिर पहला क्यों ना जान लिया, पहला ही समझ लेंदे। पर साध संगत जी, जो ब्रह्म ज्ञानी महापुरख हुंदे ने ना अथवा गुरु साहिबान जी ने, तिन्हां दी इह निर्मल जुगत हुंदी है, सारियां शक्तियां नूं, अजर शक्तियां नूं जर करके रहिंदे ने। ते जिवें सुते सिद्ध आम मनुख रहिंदे ने, आम मनुखां वांगू शरीर दी क्रिया ते मर्यादा निभाउंदे ने, अपनियां शक्तियां ते करामातां कदे जणाउंदे नहीं। कहो नानक अजर जिन जरिया तिस ही कहो बन आवत। ਜਿਹੜਾ इस अजर शक्ति ਨੂੰ जर ਲੈਂਦਾ ਉਸ ਦੀ ਵੱਡੀ ਭਾਰੀ ਮਹਾਨਤਾ ਤੇ ਵਡਿਆਈ ਹੁੰਦੀ ਏ। ਅਜਰ ਨੂੰ ਨਾ ਜਰਨੇ ਵਾਲਿਆਂ ਦੀ ਵਡਿਆਈ ਜਰਨ ਵਾਲਿਆਂ ਦੇ ਸਦਰਸ਼ ਕਦੇ ਵੀ ਨਹੀਂ ਹੋਇਆ ਕਰਦੀ। ਅਜਰ ਨੂੰ ਜਰਦੇ ਨੇ, ਅੰਤਰਜਾਮਤਾ ਹੁੰਦਿਆਂ ਹੋਇਆਂ ਵੀ ਆਮ ਮਨੁੱਖਾਂ ਵਾਂਗੂ ਵਿਚਰਦੇ ਨੇ। ਹੁਣ ਆਮ ਮਨੁੱਖਾਂ ਵਾਂਗੂ ਆਪਣੀ ਕਿਰਤ ਕਰਦੇ ਸਨ ਤੇ ਜਿਹੜੀਆਂ ਸ਼ਕਤੀਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਉਹਨਾਂ ਨੂੰ ਗੁਪਤ ਰੱਖਦੇ ਨੇ। ਸਾਰਾ ਪਿਆਰ ਦੇ ਵਿੱਚ ਮਗਨ ਹੈ, ਭਗਤੀ ਦੇ ਵਿੱਚ ਮਗਨ ਹੈ, ਕੀਰਤਨ ਦੇ ਅੰਦਰ ਮਗਨ ਹੈ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਪਰਮਾਤਮਾ ਜੀ ਆਪਣੇ ਜਗਿਆਸੂ ਤੋਂ ਕੇਵਲ ਤਾਂ ਕੇਵਲ ਪ੍ਰੇਮਾ ਭਗਤੀ ਦੀ ਚਾਹਤ ਰੱਖਦੇ ਨੇ, ਤੇ ਜਿਹੜੇ ਪ੍ਰੇਮਾ ਭਗਤੀ ਚਾਹਤ ਦੇ ਨਾਲ ਕਰਦੇ ਨੇ, ਸਥਿਰਤਾ ਦੇ ਨਾਲ ਕਰਦੇ ਨੇ, ਹਜ਼ੂਰ ਤਿੰਨਾਂ ਦੇ ਸਾਰੇ ਕਾਰਜ ਸਵਾਰ ਦਿੰਦੇ ਨੇ। ਥੇਰ ਘਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਭਾਈ ਸੈਣ ਜੀ, ਭਗਤ ਸੈਣ ਜੀ ਸਥਿਰ ਹੋ ਕਰਕੇ ਹਿਰਦੇ ਦੀ ਪਿਆਰ ਅਵਸਥਾ ਦੇ ਨਾਲ ਸੰਤ ਜਨਾਂ ਦੀ ਸੇਵਾ ਵਿੱਚ ਲੱਗੇ ਨੇ ਤੇ ਵਾਹਿਗੁਰੂ ਜੀ ਨੇ ਤਿੰਨਾਂ ਦੇ ਕਾਰਜ ਸਵਾਰ ਦਿੱਤੇ ਨੇ। ਵਾਹਿਗੁਰੂ ਜੀ ਨੇ ਜਾਣਿਆ ਸਾਡਾ ਪਿਆਰਾ ਸਿਮਰਨ ਦੇ ਅੰਦਰ, ਭਗਤੀ ਦੇ ਅੰਦਰ, ਕੀਰਤਨ ਦੇ ਅੰਦਰ ਮਗਨ ਹੈ। ਆਪ ਤਿਸ ਦਾ ਰੂਪ ਧਾਰਨ ਕਰਕੇ ਰਾਜੇ ਦੇ ਕੋਲ ਆਏ ਨੇ, ਰਾਜੇ ਦੀ ਆ ਕਰਕੇ ਸੇਵਾ ਕੀਤੀ ਏ। ਤੇ ਜਦੋਂ ਵਾਹਿਗੁਰੂ ਜੀ ਦਾ ਹਸਤ ਕਮਲ ਰਾਜੇ ਦੇ ਸਰੀਰ ਨੂੰ ਛੋਹ ਗਿਆ, ਫਿਰ ਕਿਹੜਾ ਰੋਗ ਬਾਕੀ ਬਚਦਾ ਹੈ, ਫਿਰ ਕਿਹੜੀ ਬਿਮਾਰੀ ਬਾਕੀ ਬਚਦੀ ਏ। ਕੋੜ ਤੱਕ ਦੇ ਵੀ ਰੋਗ ਦੂਰ ਹੋ ਗਏ। ਤੇ ਜਿਸ ਵੇਲੇ ਦੇਵ ਦ੍ਰਿਸ਼ਟ ਦੇ ਨਾਲ ਅੰਤਰ ਧਿਆਨ ਹੋ ਕਰਕੇ ਤੱਕਿਆ ਨਾ, ਪਿਆਰ ਦੇ ਵਿੱਚ ਖੀਵੇ ਹੋ ਗਏ, ਮਸਤਾਨੇ ਹੋ ਗਏ, ਜਿਵੇਂ ਬੌਰਾ ਹੋ ਜਾਂਦਾ ਨਾ। ਵਾਹਿਗੁਰੂ ਜੀ ਦੇ ਸ਼ੁਕਰਾਨੇ ਅੰਦਰ ਜੁੜ ਗਏ। ਹੇ ਮੇਰੇ ਨਿਰੰਕਾਰ, ਹੇ ਮੇਰੇ ਭਗਵਾਨ ਜੀ, ਹੇ ਮੇਰੇ ਰੱਬ ਜੀ। ਐਸੀ ਮਹਿਮਾ ਆਪ ਜੀ ਨੂੰ ਹੀ ਬਣ ਆਉਂਦੀ ਏ। ਆਪਣੇ ਪਿਆਰਿਆਂ ਦੀ ਲਾਜ ਤੁਸੀਂ ਆਪ ਹੀ ਸਵਾਰਦੇ ਹੋ। ਮਹਾਰਾਜ ਆਪ ਜੀ ਦਾ ਬਿਰਧ ਹੀ ਐਸਾ ਹੈ, ਜੁਗਾ ਜੁਗਾ ਤੋਂ ਆਪਣੇ ਭਗਤਾਂ ਦੀ ਲਾਜ ਰੱਖਦੇ ਆਏ ਹੋ। ਅੱਜ ਮੇਰੀ ਗਰੀਬ ਦੀ ਵੀ ਤੁਸਾਂ ਨੇ ਲਾਜ ਰੱਖੀਏ। ਰਾਜਾ ਹੈਰਾਨ, ਨੇਤਰ ਬੰਦ ਕੀਤੇ ਨੇ, ਕੁਝ ਪਲਾਂ ਵਾਸਤੇ ਹੁਣ ਇਕੱਲੇ ਹੀ ਬੋਲੀ ਜਾਂਦੇ ਨੇ, ਕੀ ਕਾਰਨ ਹੈ? ਫਿਰ ਰਾਜੇ ਨੇ ਪੁੱਛਣਾ ਕੀਤਾ, ਜੀ ਇਕੱਲੇ ਬਚਨ ਕਰੀ ਜਾਂਦੇ ਹੋ, ਕਿਸ ਨੂੰ ਸੰਬੋਧਨ ਕਰ ਰਹੇ ਹੋ? ਸ਼ਰਧਾ ਦੇ ਨਾਲ ਹੱਥ ਜੁੜੇ ਨੇ, ਨੇਤਰਾਂ ਵਿੱਚ ਪ੍ਰੇਮ ਦਾ ਜਲ ਹੈ, ਅਦਬ ਦੇ ਨਾਲ ਵਾਹਿਗੁਰੂ ਜੀ ਦੇ ਅੱਗੇ ਸੀਸ ਝੁਕਿਆ ਤੇ ਵਚਨ ਕਰਨਾ ਕੀਤਾ, ਰਾਜਨ ਮੈਂ ਆਪਣੇ ਮਾਲਕ ਦਾ ਸ਼ੁਕਰਾਨਾ ਪਿਆ ਕਰਦਾ ਹਾਂ। ਜਦੋਂ ਅੱਜ ਮੈਂ ਪ੍ਰਮਾਤਮਾ ਜੀ ਦੇ ਸੰਤਾਂ ਦੀ ਸੇਵਾ ਵਿੱਚ ਲੱਗਾ ਸੀ ਨਾ, ਤੇ ਮੈਨੂੰ ਆਪ ਜੀ ਦੀ ਕਿਸੇ ਪ੍ਰਕਾਰ ਨਾਰਾਜ਼ਗੀ ਨਾ ਝੱਲਣੀ ਪੈ ਜਾਵੇ, ਆਪ ਜੀ ਦੇ ਪਾਸੋਂ ਕੋਈ ਉਲਾਂਭਾ ਨਾ ਝੱਲਣਾ ਪੈ ਜਾਵੇ, ਕੋਈ ਕੌੜਾ ਬੋਲਣਾ ਸੁਣ ਕਰਕੇ ਸਹਾਰਨਾ ਪੈ ਜਾਵੇ। ਮੇਰੇ ਨਿਰੰਕਾਰ ਜੀ, ਮੇਰੇ ਭਗਵਾਨ ਜੀ ਮੇਰਾ ਰੂਪ ਲੈ ਕਰਕੇ ਆਏ ਤੇ ਮੇਰਾ ਕਾਰਜ ਸਵਾਰ ਗਏ। ਰਾਜਨ ਤੂੰ ਧੰਨ ਹੋਇਆ, ਤੈਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਦਾਰ ਹੋ ਗਿਆ। ਰਾਜਾ ਪ੍ਰੇਮ ਅਵਸਥਾ ਦੇ ਵਿੱਚ ਆਇਆ, ਭਗਤ ਜੀ ਦੇ ਚਰਨੀ ਲੱਗ ਗਿਆ। ਭਗਤ ਜੀ ਤੁਸੀਂ ਮੇਰੇ ਸੇਵਾਦਾਰ ਨਹੀਂ, ਤੁਸੀਂ ਤੇ ਮੇਰੇ ਮੁਰਸ਼ਿਦ ਹੋ, ਜਿਨ੍ਹਾਂ ਨੇ ਮੈਨੂੰ ਭਗਵਾਨ ਜੀ ਦਾ ਦੀਦਾਰ ਕਰਵਾ ਦਿੱਤਾ। ਤੇ ਭਗਤ ਜੀ ਕਹਿਣ ਲੱਗੇ, ਰਾਜਨ ਅੱਜ ਤੋਂ ਬਾਅਦ ਮੈਂ ਤੇਰੀ ਚਾਕਰੀ ਨਹੀਂ ਕਰਨੀ, ਹੁਣ ਨਹੀਂ ਤੇਰੀ ਨੌਕਰੀ ਕਰਨੀ। ਜੀ ਨੌਕਰੀ ਕਿਉਂ ਨਹੀਂ ਕਰਨੀ? ਤੇ ਆਪ ਜੀ ਨੇ ਬਚਨ ਕੀਤਾ, ਹੁਣ ਮੈਂ ਉਸ ਦੀ ਚਾਕਰੀ, ਉਸ ਦੀ ਨੌਕਰੀ ਕਰਾਂਗਾ ਜਿਸ ਨੇ ਮੇਰਾ ਕਾਰਜ ਸਵਾਰਿਆ ਤੇ ਮੇਰੀ ਜਗ੍ਹਾ ਤੇ ਚਾਕਰੀ ਕਰਕੇ ਗਿਆ। ਅੱਜ ਤੋਂ ਮੈਂ ਚਾਕਰ ਉਸ ਦਾ ਹੋਵਾਂਗਾ। ਤੇ ਸਾਧ ਸੰਗਤ ਜੀ, ਫਿਰ ਰੇਵਾ ਦੇ ਰਾਜੇ ਰਾਮ ਨੇ ਭਗਤ ਸੈਣ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ। ਤੇ ਬਚਨ ਇਤਿਹਾਸ ਵਿੱਚ ਆਉਂਦੇ ਨੇ, ਅੱਜ ਤੱਕ ਵੀ ਰਾਜੇ ਦੀ ਜਿਹੜੀ ਬੰਸ ਹੈ ਨਾ, ਭਗਤ ਜੀ ਦੀ ਬੰਸ ਨੂੰ ਆਪਣਾ ਗੁਰੂ ਮੰਨਦੀ ਏ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜਦੋਂ ਭਗਤ ਕਬੀਰ ਜੀ ਦਾ ਬਹੁਤ ਤੇਜ ਪ੍ਰਤਾਪ ਵਧਿਆ ਨਾ, ਤੇ ਫਿਰ ਰਾਮਾਨੰਦ ਜੀ ਭਗਤ ਦੇ ਦੂਸਰੇ ਜਿਹੜੇ ਸਿੱਖ ਹੋਏ ਨੇ, ਚੇਲਾ ਬਣੇ ਨੇ, ਉਹ ਭਗਤ ਸੈਣ ਜੀ ਬਣੇ ਨੇ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੈ ਰਾਜ ਦੁਆਰੈ ਜਾਈ, ਆਏ ਸੰਤ ਪਰਾਹੁਣੇ ਕੀਰਤਨ ਹੋਵਾ ਰੈਣ ਸਬਾਈ,
ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਤੇ ਜਦੋਂ ਦਿਨ ਹੋ ਗਿਆ ਫਿਰ ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ। ਤੇ ਜਿਸ ਵੇਲੇ ਆਪ ਜੀ ਰਾਜੇ ਦੇ ਦਰਬਾਰ ਵਿੱਚ ਪੁੱਜੇ ਨੇ, ਰਾਣੇ ਦੂਰੋਂ ਸੱਦ ਕੇ ਗਲਹੋਂ ਕਵਾਏ ਖੋਲ ਪਹਿਨਾਈ। ਸਾਧ ਸੰਗਤ ਜੀ ਅਰਬੀ ਭਾਸ਼ਾ ਦਾ ਸ਼ਬਦ ਹੈ ਕਵਾਏ, ਜਿਸ ਦਾ ਭਾਵ ਹੁੰਦਾ ਹੈ ਸ਼ਾਹੀ ਪੋਸ਼ਾਕਾ। ਆਪਣਾ ਸ਼ਾਹੀ ਪੋਸ਼ਾਕਾ ਲਾ ਕਰਕੇ ਭਗਤ ਜੀ ਨੂੰ ਪਹਿਨਾ ਦਿੱਤਾ ਹੈ ਤੇ ਖੁਸ਼ ਹੋ ਕਰਕੇ ਰਾਜਾ ਕਹਿਣਾ ਕਰਦਾ ਹੈ, ਤੁਸਾਂ ਨੇ ਅੱਜ ਮੈਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਵਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ। ਪ੍ਰਗਟ ਕਰੈ ਭਗਤ ਵਡਿਆਈ, ਅੱਜ ਤੋਂ ਮੈਂ ਤੁਹਾਡੇ ਵਸ ਹੋਇਆ, ਤੁਹਾਡਾ ਦਾਸ ਹੋਇਆ, ਤੁਹਾਡਾ ਸ਼ਿਸ਼ ਹੋਇਆ, ਤੁਸੀਂ ਮੇਰੇ ਮੁਰਸ਼ਿਦ ਹੋਏ। ਸਾਰੀ ਲੁਕਾਈ ਸਾਰੀ ਸਭਾ ਪਈ ਸੁਣਦੀ ਏ। ਐਸੇ ਭਗਤ ਸੈਨ ਜੀ ਦਾ ਸਾਧ ਸੰਗਤ ਜੀਓ ਅੱਜ ਤੋਂ 620 ਸਾਲ ਪਹਿਲਾਂ ਅੰਮ੍ਰਿਤਸਰ ਦੇ ਕੋਲ ਜੋ ਸੋਹਲ ਠੱਟੀ ਨਗਰ ਹੈ ਉਸ ਦੇ ਵਿੱਚ ਜਨਮ ਹੋਇਆ ਤੇ ਆਪ ਜੀ ਪ੍ਰਮਾਤਮਾ ਜੀ ਦੇ ਅਨੰਨ ਭਗਤ ਹੋਏ। ਪ੍ਰਮਾਤਮਾ ਜੀ ਦੇ ਦਰ ਤੇ ਐਸੇ ਪ੍ਰਵਾਨ ਚੜੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਹਿਰਦੇ ਨੂੰ ਭਾ ਗਏ। ਤੇ ਭਗਤ ਸੈਨ ਜੀ ਦੀ ਬਾਣੀ ਦਾ ਇੱਕ ਸ਼ਬਦ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ੋਭਨੀਕ ਕਰ ਦਿੱਤਾ। ਐਸੀ ਬਾਣੀ ਜੋ ਅੱਖਰ ਅੱਖਰ ਤਾਰਨਹਾਰ ਹੈ, ਅੰਮ੍ਰਿਤ ਰੂਪ ਹੈ। ਗੁਰੂ ਘਰਾਂ ਦੇ ਅੰਦਰ ਤਖਤ ਸਾਹਿਬ ਤੇ ਵੀ ਆਰਤੀ ਆਰਤੇ ਦੇ ਕੀਰਤਨ ਵਿੱਚ ਜਿਸ ਸ਼ਬਦ ਦਾ ਕੀਰਤਨ ਹੁੰਦਾ ਹੈ, ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ, ਇਹ ਸ਼ਬਦ ਆਪ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸ਼ੋਭਨੀਕ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਨੂੰ ਸਨਮਾਨ ਦੇਣਾ ਕੀਤਾ ਹੈ। ਭਗਤ ਸੈਨ ਜੀ ਦੇ ਜਨਮ ਦਿਨ ਦੀ ਸਮੂਹ ਸੰਗਤਾਂ ਨੂੰ ਬੇਅੰਤ 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 ਵਧਾਈ ਹੋਵੇ। ਸਤਿਗੁਰੂ ਜੀ ਕਿਰਪਾਲਤਾ ਕਰਨ, ਜੋ ਭਗਤ ਜੀ ਦੀ ਪ੍ਰੇਮਾ ਭਗਤੀ ਏ, ਐਸੇ ਸ਼ੁਭ ਗੁਣ ਸਾਡੇ ਸਭਨਾਂ ਦੇ ਹਿਰਦਿਆਂ ਦੇ ਅੰਦਰ ਵਸ ਜਾਣ। ਗਰੀਬ ਨਵਾਜ ਸਾਹਿਬ ਜੀ ਦੇ ਚਰਨਾਂ ਵਿਖੇ ਅਸੀਂ ਵੀ ਪ੍ਰਵਾਨ ਚੜ ਜਾਈਏ। ਹੁਣ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਦੁਆਰਾ ਗੁਰ ਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਹੇ ਪ੍ਰਾਪਤ ਕਰਨਾ ਕਰੀਏ। ਸਹਿਤ ਪਿਆਰ ਦੇ ਵਾਹਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਤਿਗੁਰੂ ਜੀ ਦੇ ਦੁਆਰਾ ਜੋ ਨਾਮ ਹੈ ਤਿਸ ਨੂੰ ਮੁਖੋਂ ਉਚਾਰਨਾ ਕਰੀਏ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਜਪਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੇ ਬਚਨ ਮੇਰੇ ਕਾਰਜ ਸਿੱਧ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਿਆਸੂ ਜਨਾਂ ਦੀ ਬੇਨਤੀ ਤੇ ਗੁਰੂ ਸਰੂਪ ਦਾ ਨਿਰੂਪਣ ਕਰ ਰਹੇ ਨੇ। ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਕਿਵੇਂ ਹੁੰਦੀਆਂ ਨੇ, ਗੁਰੂ ਕੀ ਸ਼ਰਨ ਵਿੱਚ ਪੈਣ ਦੇ ਕਿਤਨੇ ਲਾਭ ਹੁੰਦੇ ਨੇ। ਤੇ ਜਦੋਂ ਸਤਿਗੁਰੂ ਜੀ ਪੂਰੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਸਰਵਣ ਕਰਾ ਰਹੇ ਨੇ, ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਬਿਰਦ ਹੈ ਤਿਸ ਦਾ ਉਲੇਖ ਆਪਣੇ ਆਪ ਸੁਤੇ ਸਿੱਧੀ ਹੋ ਗਿਆ। ਹਜ਼ੂਰ ਪੂਰੇ ਗੁਰ ਦੀ ਮਹਿਮਾ ਕਥਨ ਕਰਨਾ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਬਚਨਾਂ ਦੇ ਨਾਲ ਮੇਰੇ ਕਾਰਜ ਸਿੱਧ, ਮੇਰੇ ਸਾਰੇ ਜਿਹੜੇ ਕਾਰਜ ਹਨ ਉਹ ਸਿੱਧ ਹੋ ਗਏ ਹਨ, ਪੂਰੇ ਹੋ ਗਏ ਹਨ। ਪਰਮਾਰਥ ਦੇ ਕਾਰਜ, ਵਿਵਹਾਰਿਕ ਕਾਰਜ, ਸਾਰੇ ਕਾਰਜਾਂ ਦੇ ਅੰਦਰ ਸਫਲਤਾ ਹੋ ਗਈ ਹੈ। ਗੁਰ ਕੈ ਬਚਨ ਪਾਇਆ ਨਾਉ ਨਿਧ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਬਚਨਾਂ ਦੇ ਨਾਲ ਜੋ ਨੌ ਨਿਧ, ਨੌ ਨਿਧੀਆਂ ਦਾ ਖਜ਼ਾਨਾ ਜੋ ਨਾਉ ਹੈ ਉਸ ਨਾਮ ਨੂੰ ਪ੍ਰਾਪਤ ਕੀਤਾ ਹੈ। ਵੱਡੀ ਭਾਰੀ ਦਾਤ ਨਾਮ ਹੈ, ਇਹ ਗੁਰੂ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਜੀ ਦੇ ਬਚਨਾਂ ਦੁਆਰਾ ਹੀ ਭਾਈ ਸਾਰੀਆਂ ਨਿਧੀਆਂ ਦਾ, ਸਿੱਧੀਆਂ ਦਾ, ਰਿੱਧੀਆਂ ਦਾ ਜੋ ਖਜ਼ਾਨਾ ਨਾਉ ਨਾਮ ਹੈ ਅਸਾਂ ਨੇ ਪ੍ਰਾਪਤ ਕੀਤਾ ਹੈ। ਇਸੇ ਹੀ ਪ੍ਰਕਾਰ ਗੁਰ ਕੇ ਬਚਨ ਮੇਰੇ ਕਾਰਜ ਸਿੱਧ। ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਸਾਡਾ ਮੁਕਤੀ ਰੂਪੀ ਕਾਰਜ, ਸਰੀਰ ਦੀ ਸਫਲਤਾ ਰੂਪੀ ਕਾਰਜ, ਇਸੇ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਉਣ ਰੂਪੀ ਕਾਰਜ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਪੱਕਿਆਂ ਕਰਨੇ ਰੂਪੀ ਕਾਰਜ, ਲੰਗਰਾਂ ਦੇ ਚਲਾਵਣੇ ਰੂਪੀ ਕਾਰਜ, ਸਿੱਖਾਂ ਦਾ ਉਧਾਰ ਕਰਨੇ ਰੂਪੀ ਸਾਰੇ ਜਿਹੜੇ ਕਾਰਜ ਹਨ ਉਹ ਸਿੱਧ ਪੂਰੇ ਹੋ ਗਏ, ਸਫਲੇ ਹੋ ਗਏ ਹਨ। ਗੁਰ ਕੈ ਬਚਨ ਪਾਇਆ ਨਾਉ ਨਿਧ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਪਿਤਾ ਸਤਿਗੁਰੂ ਜੀ, ਪੂਰੇ ਸਤਿਗੁਰੂ ਜੀ ਦਇਆਲਤਾ ਦੇ ਨਾਲ, ਕਿਰਪਾਲਤਾ ਦੇ ਨਾਲ ਜਦੋਂ ਸਤਿਗੁਰੂ ਜੀ ਨੇ ਬਖਸ਼ਿਸ਼ ਦੇ ਘਰ, ਰਹਿਮਤ ਦੇ ਘਰ ਆ ਕਰਕੇ ਬਚਨ ਕੀਤੇ ਨਾ, ਤੇ ਸਤਿਗੁਰਾਂ ਦੇ ਬਚਨ ਦੇ ਨਾਲ ਪਾਇਆ ਨਾਉ ਨਿਧ, ਜੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਪ੍ਰਮਾਤਮਾ ਹੈ, ਨਾਮ ਦੁਆਰਾ ਤੇ ਇਸ ਪ੍ਰਮਾਤਮਾ ਨੂੰ ਹੀ ਪਾਇਆ, ਪ੍ਰਾਪਤ ਕਰ ਲਿਆ ਹੈ। ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ। ਭਾਈ ਜਿਸ ਕਿਸੇ ਨੇ ਵੀ, ਜਿੰਨੇ ਵੀ ਮੇਰੇ ਸਤਿਗੁਰੂ ਜੀ ਦੇ ਉੱਪਰ ਆਸਾ ਰੱਖਣਾ ਕੀਤੀ ਹੈ, ਭਰੋਸਾ ਰੱਖਿਆ ਹੈ, ਨਿਸ਼ਚਾ ਧਾਰਨ ਕੀਤਾ ਹੈ। ਇਸ ਕੀ ਕਟਿਆ ਜਮ ਕੀ ਫਾਸਾ। ਮੇਰੇ ਸਤਿਗੁਰੂ ਜੀ ਦਾ ਬਿਰਦ ਐਸਾ ਹੈ, ਉਹਨਾਂ ਸਾਰਿਆਂ ਦੀ ਜਮਾਂ ਦੀ ਫਾਹੀ ਹੀ ਕੱਟ ਦਿੱਤੀ ਏ, ਤੇ ਇਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਪੈਣ ਦਿੱਤਾ, ਜਮਾਂ ਦੇ ਦੁੱਖਾਂ ਤੋਂ ਤੇ ਇਹਨਾਂ ਨੂੰ ਬਚਾ ਲਿਆ। ਜਿਸ ਕਿਸੇ ਨੇ ਵੀ ਮੇਰੇ ਸਤਿਗੁਰੂ ਜੀ ਦੇ ਉੱਪਰ ਭਰੋਸਾ ਰੱਖਿਆ ਹੈ। ਗੁਰ ਕੈ ਬਚਨ ਜਾਗਿਆ ਮੇਰਾ ਕਰਮ। ਹਜ਼ੂਰ ਫਰਮਾਵਣਾ ਕਰਦੇ ਨੇ, ਪੂਰਿਆਂ ਸਤਿਗੁਰਾਂ ਦੇ ਬਚਨਾਂ ਦੇ ਸਦਕਾ ਹੀ ਸਾਡੇ ਮੱਥੇ ਦਾ ਜੋ ਸ਼੍ਰੇਸ਼ਟ ਭਾਗ ਕਰਮ ਹੈ ਉਹ ਜਾਗਿਆ ਹੈ, ਉਦੇ ਹੋਇਆ ਹੈ ਫਲ ਦੇਣ ਵਾਸਤੇ। ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਤੇ ਜਦੋਂ ਪੂਰਿਆਂ ਸਤਿਗੁਰਾਂ ਦੇ ਬਚਨਾਂ ਦੇ ਨਾਲ ਮੱਥੇ ਦਾ ਭਾਗ ਉਜਾਗਰ ਪ੍ਰਗਟ ਹੋਇਆ ਨਾ, ਉਦਾ ਹੋਇਆ, ਤੇ ਹਜ਼ੂਰ ਫਰਮਾਵਣਾ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਅਸਾਂ ਨੇ ਪੂਰੇ ਗੁਰੂ ਨੂੰ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਰਗੁਣ ਸਰੂਪ ਨੇ, ਤਿੰਨਾਂ ਨੂੰ ਪ੍ਰਾਪਤ ਕੀਤਾ ਹੈ। ਪਾਰ ਬ੍ਰਹਮ ਪਰਮੇਸ਼ਰ ਜੀ ਦਾ ਸਰੂਪ ਗੁਰੂ ਨਾਨਕ ਮਿਲਿਆ, ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਿਨ੍ਹਾਂ ਨੂੰ ਸਿੱਖਾਂ ਨੇ, ਸੰਗਤਾਂ ਨੇ ਪਾਰ ਬ੍ਰਹਮ ਪਰਮੇਸ਼ਰ ਜਾਣ ਕਰਕੇ ਨਮਸਕਾਰਾਂ ਕੀਤੀਆਂ, ਪੂਜਿਆ ਮੰਨਿਆ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਐਸੇ ਪਾਰ ਬ੍ਰਹਮ ਸਰੂਪ ਨੂੰ ਅਸਾਂ ਨੇ ਗੁਰੂ ਰੂਪ ਦੇ ਵਿੱਚ ਪ੍ਰਾਪਤ ਕਰ ਲਿਆ। ਇਸ ਪ੍ਰਕਾਰ ਸਤਿਗੁਰੂ ਜੀ ਗੁਰੂ ਜੀ ਦੀ ਵਡਿਆਈ ਜਨਾਵਣਾ ਕਰਦੇ ਨੇ ਕਿ ਜੋ ਇਹ ਦਾਤਾਂ ਮਿਲਦੀਆਂ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਸੋ ਪਰਮੇਸ਼ਰ ਸਰੂਪ ਸਤਿਗੁਰੂ ਜੀ ਵੀ ਉਦੋਂ ਪ੍ਰਾਣੀ ਨੂੰ ਮਿਲਦੇ ਨੇ ਜਦੋਂ ਆਪ ਆਪਣੀ ਕਿਰਪਾਲਤਾ ਕਰ ਦਿੰਦੇ ਹਨ ਜੀ। ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਿਆਸੂ ਜਨਾਂ ਨੂੰ ਸਤਿਗੁਰੂ ਜੀ ਦੀ ਸੇਵਾ ਦੇ ਪ੍ਰਕਾਰ ਦਰਸਾਉਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਕਿਤਨਾ ਕੁ ਪਿਆਰ ਹੈ ਆਪ ਜੀ ਦਾ, ਕਿਉਂਕਿ ਆਪ ਜੀ ਦੀਆਂ ਮੁਬਾਰਕ ਬਚਨਾਂ ਦੇ ਵਿੱਚੋਂ ਜੋ ਪ੍ਰੇਮ ਹੈ ਉਹ ਉਛਲ ਕੇ ਝਲਕ ਕੇ ਪੈਂਦਾ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਪਿਆਰ ਦੀ ਝਲਕ ਆਪ ਜੀ ਦੇ ਬਚਨਾਂ ਦੇ ਵਿੱਚੋਂ ਨਜ਼ਰ ਆਉਂਦੀ ਹੈ, ਕਿਰਪਾਲਤਾ ਕਰਕੇ ਕਥਨ ਕਰਕੇ ਸੁਣਾਓ ਕੈਸਾ ਪਿਆਰ ਹੈ ਆਪ ਜੀ ਦਾ ਗੁਰਚਰਨਾਂ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ 8 ਪੌੜੀਆਂ ਵਾਲੇ ਸ਼ਬਦ ਦੁਆਰਾ ਆਪਣੇ ਹਿਰਦੇ ਦੀ ਜੋ ਸਤਿਗੁਰੂ ਜੀ ਦੇ ਪ੍ਰਥਾਏ ਭਾਵਨਾ ਹੈ, ਪ੍ਰੇਮ ਦੀ ਭਾਵਨਾ ਹੈ, ਇਸ ਨੂੰ ਕਥਨ ਕਰਦੇ ਹਨ ਜੀ। ਤਿਸ ਗੁਰ ਕਾ ਸਿਮਰੋ ਸਾਸ ਸਾਸ। ਭਾਈ ਐਸਾ ਪਿਆਰ ਹੈ ਸਾਡਾ ਆਪਣੇ ਗੁਰੂ ਦੇ ਨਾਲ, ਸਵਾਸ ਸਵਾਸ ਆਪਣੇ ਸਤਿਗੁਰੂ ਜੀ ਦੇ ਨਾਮ ਨੂੰ ਸਿਮਰਨਾ ਕਰਦੇ ਹਾਂ। ਇਹ ਸਦਾ ਹੀ ਭਾਵਨਾ ਬਣੀ ਰਹਿੰਦੀ ਹੈ। ਕੋਈ ਇੱਕ ਵੀ ਸਵਾਸ ਸਤਿਗੁਰੂ ਜੀ ਦੇ ਬਖਸ਼ੇ ਹੋਏ ਗੁਰਮੰਤਰ ਨਾਮ ਤੋਂ ਬਿਨਾਂ ਕਿਧਰੇ ਬਿਰਥਾ ਨਾ ਚਲਿਆ ਜਾਵੇ। ਸਤਿਗੁਰੂ ਜੀ ਨੂੰ ਸਦਾ ਸਵਾਸ ਸਵਾਸ ਦੇ ਨਾਲ ਧੰਨ ਹੀ ਕਹਿਣਾ ਬਣਾਉਂਦਾ ਹੈ। ਜਿਨੀ ਤੁਧਨੋ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ। ਐਸੇ ਨੇ ਮੇਰੇ ਪੂਰੇ ਸਤਿਗੁਰੂ ਜੀ। ਜੇਕਰ ਪਿਆਰ ਦੇ ਨਾਲ ਕਹਿ ਦਈਏ ਧੰਨ ਗੁਰੂ ਨਾਨਕ ਦੇਵ ਜੀ, ਪਿਆਰ ਦੇ ਨਾਲ ਕਹਿ ਦਈਏ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਪਿਆਰ ਦੇ ਨਾਲ ਕਹਿ ਦਈਏ ਧੰਨ ਸ੍ਰੀ ਗੁਰੂ ਅਮਰਦਾਸ ਜੀ, ਪਿਆਰ ਦੇ ਨਾਲ ਕਹਿ ਦਈਏ ਧੰਨ ਸਤਿਗੁਰੂ ਰਾਮਦਾਸ ਜੀ, ਤੇ ਜਿਨ੍ਹਾਂ ਨੇ ਮੇਰੇ ਗੁਰੂ ਨੂੰ ਧੰਨ ਕਹਿ ਦਿੱਤਾ ਨਾ, ਜਮ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ। ਧੰਨਤਾ ਦੇ ਯੋਗ ਹਨ ਮੇਰੇ ਪੂਰੇ ਸਤਿਗੁਰੂ ਜੀ, ਤੇ ਧੰਨ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਧੰਨ ਵਾਹਿਗੁਰੂ ਜੀ ਦੇ ਨਾਮ ਨੂੰ ਸਾਨੂੰ ਦ੍ਰਿੜ ਕਰਵਾ ਦੇਣਾ ਕੀਤਾ ਹੈ। ਤੇ ਜਿਸ ਕਿਸੇ ਨੇ ਵੀ ਪਿਆਰ ਦੇ ਨਾਲ ਕਹਿ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ, ਤਿਸ ਗੁਰ ਕਉ ਸਿਮਰੋ ਸਾਸ ਸਾਸ। ਸਾਹ ਦੇ ਨਾਲ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦੇ ਹਾਂ, ਗੁਰ ਉਪਦੇਸ਼ ਦੁਆਰਾ ਸਿਮਰਦੇ ਹਾਂ। ਭਾਈ ਜਿਸ ਕਿਸੇ ਨੇ ਸਿਮਰ ਲਿਆ ਤਿੰਨ ਜਮ ਨੇੜ ਨਾ ਆਇਆ, ਜਮ ਤਿੰਨਾਂ ਦੇ ਨੇੜੇ ਵੀ ਨਹੀਂ ਆਉਂਦਾ। ਐਸੇ ਪੂਰੇ ਸਤਿਗੁਰੂ ਜੀ ਦੇ ਨਾਮ ਦੇ ਸਿਮਰਨ ਨੂੰ
ਅਸੀਂ ਸਵਾਸ ਸਵਾਸ ਸਿਮਰਨਾ ਕਰਦੇ ਹਾਂ। ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਸਿੱਖੋ, ਮੇਰੇ ਪੂਰੇ ਸਤਿਗੁਰੂ ਜੀ ਹੀ ਮੇਰੇ ਪ੍ਰਾਣ ਹਨ, ਮੇਰੇ ਸਵਾਸ ਹਨ। ਮੇਰੇ ਪ੍ਰਾਣ, ਮੇਰੇ ਸਵਾਸ, ਮੇਰੇ ਸਤਿਗੁਰੂ ਜੀ ਦੇ ਪਿਆਰ ਕਰਕੇ ਹੀ ਚੱਲਦੇ ਨੇ। ਆਖਾ ਜੀਵਾ ਵਿਸਰੈ ਮਰ ਜਾਓ, ਇਸ ਵਾਹਿਗੁਰੂ ਜੀ ਦੇ ਨਾਮ ਨੂੰ ਗੁਰ ਉਪਦੇਸ਼ ਦੁਆਰਾ ਜਪ ਜਪ ਕਰਕੇ ਹੀ ਜਿਉਂਦੇ ਹਾਂ। ਸਾਡੇ ਤੇ ਪ੍ਰਾਣ ਰੂਪ ਜ਼ਿੰਦਗੀ ਹੀ ਸਾਡਾ ਗੁਰੂ ਹੈ। ਸਤਿਗੁਰ ਮੇਰੀ ਰਾਸ, ਸਾਡੀ ਰਾਸ, ਸਾਡੀ ਪੂੰਜੀ, ਸਾਡੀ ਦੌਲਤ, ਸਾਡਾ ਖਜ਼ਾਨਾ, ਸਾਡਾ ਭੰਡਾਰਾ, ਸਭ ਕੁਝ ਮੇਰਾ ਗੁਰੂ ਹੀ ਹੈ। ਮੇਰਾ ਸਤਿਗੁਰੂ ਹੀ ਮੇਰੀ ਰਾਸ ਪੂੰਜੀ ਹੈ ਜੀ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਸਿੱਖੋ, ਅਸੀਂ ਆਪਣੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪ੍ਰਤੱਖ ਦਰਸ਼ਨ ਖੱਬੀ ਅੱਖ ਦੇ ਨਾਲ, ਸੱਜੀ ਅੱਖ ਦੇ ਨਾਲ, ਦੋਹਾਂ ਨੇਤਰਾਂ ਦੇ ਨਾਲ ਦੇਖ ਦੇਖ ਕੇ ਹੀ ਜਿਉਂਦੇ ਹਾਂ। ਜਿਸ ਵੇਲੇ ਆਪ ਜੀ ਨੂੰ ਲਾਹੌਰ ਭੇਜਿਆ ਗਿਆ, ਪਿਤਾ ਸਤਿਗੁਰੂ ਜੀ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ। ਮੰਦਰ ਚੜ ਕੇ ਪੰਥ ਨਿਹਾਰਾਓ, ਨੈਣ ਨੀਰ ਭਰ ਆਇਓ। ਮਕਾਨ ਦੀ ਛੱਤ ਦੇ ਉੱਪਰ ਚੜ ਕਰਕੇ ਤੱਕਦੇ ਨੇ, ਪਿਤਾ ਸਤਿਗੁਰੂ ਜੀ ਦਾ ਕੋਈ ਸੁਨੇਹਾ ਨਹੀਂ ਆਇਆ। ਕੋਈ ਸਿੱਖ ਸਾਨੂੰ ਬੁਲਾਉਣ ਵਾਸਤੇ ਪਿਤਾ ਸਤਿਗੁਰੂ ਜੀ ਨੇ ਭੇਜਿਆ ਨਹੀਂ, ਕਿਉਂਕਿ ਪਿਤਾ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਉੱਥੇ ਰਹਿ ਕਰਕੇ ਪ੍ਰਚਾਰ ਕਰਨਾ, ਤੇ ਜਦ ਤੱਕ ਨਾ ਬੁਲਾਈਏ ਉਦੋਂ ਤੱਕ ਆਉਣਾ ਨਹੀਂ। ਹੁਕਮ ਮੰਨ ਕਰਕੇ ਗਏ ਨੇ, ਆਪਣੇ ਆਪ ਆ ਨਹੀਂ ਸਕਦੇ, ਪਰ ਨੇਤਰਾਂ ਦੇ ਨਾਲ ਦੀਦਾਰ ਕਰਨੇ ਦੀ ਬੜੀ ਚਾਹਤ ਹੈ। ਤੇ ਜਿਸ ਵੇਲੇ ਹਿਰਦੇ ਦੇ ਅੰਦਰ ਬਹੁਤਾ ਪਿਆਰ ਹੈ ਤੇ ਲਿਖਣਾ ਕਰਦੇ ਹਨ ਨਾ, ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਦੇਸ਼ ਵੀ ਧੰਨ ਜਿੱਥੇ ਤੁਸੀਂ ਵਸੇ ਹੋ। ਹੇ ਮੇਰੇ ਸੱਜਣ ਜੀ, ਮੇਰੇ ਮਿੱਤਰ ਜੀ, ਹੇ ਮੁਰਾਰੀ ਸਰੂਪ ਜੀਓ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿਆ ਨਹੀਂ ਜਾਂਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤ੍ਰਿਕ ਕੀ ਨਿਆਈ। ਦਰਸ਼ਨਾਂ ਦੀ ਐਸੀ ਬਿਹਬਲਤਾ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਤੇ ਜਦੋਂ ਦਰਸ਼ਨ ਹੋਏ ਨੇ, ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਅਸੀਂ ਆਪਣੇ ਅੰਤਰ ਆਤਮੇ ਪਿਤਾ ਸਤਿਗੁਰੂ ਜੀ ਦਾ ਦੀਦਾਰ ਹਰ ਵੇਲੇ ਕਰਦੇ ਹਾਂ, ਪ੍ਰੀਤ ਰੂਪੀ ਨੇਤਰਾਂ ਦੇ ਨਾਲ, ਪਿਆਰ ਰੂਪੀ ਨੇਤਰਾਂ ਦੇ ਨਾਲ। ਇਸੇ ਪ੍ਰਕਾਰ ਸ਼ਰਧਾ ਭਾਵਨਾ ਰੂਪੀ ਨੇਤਰਾਂ ਦੇ ਨਾਲ, ਪ੍ਰੋਖ ਅਪਰੋਖ ਗਿਆਨ ਦੇ ਨੇਤਰਾਂ ਦੇ ਨਾਲ ਹਰ ਰੋਜ਼ ਹਰ ਪਲ ਆਪਣੇ ਸਤਿਗੁਰੂ ਜੀ ਦਾ ਦੀਦਾਰ ਕਰਨਾ ਕਰਦੇ ਹਾਂ। ਉਹ ਦੀਦਾਰ ਸਾਨੂੰ ਐਸਾ ਪਿਆਰਾ ਹੈ, ਦੁਨਿਆਵੀ ਰੂਪ ਦੇ ਵਿੱਚ ਕੋਈ ਕੀਮਤ ਪਾ ਕਰਕੇ ਇਸ ਦਾ ਮੁੱਲ ਨਹੀਂ ਕਥਨ ਕੀਤਾ ਜਾ ਸਕਦਾ। ਦੀਦਨੇ ਦੀਦਾਰ ਸਾਹਿਬ, ਜਿਹੜਾ ਦੀਦਨੇ ਨੇਤਰਾਂ ਦੇ ਨਾਲ ਸਾਹਿਬ ਦਾ ਦੀਦਾਰ ਕਰ ਲੈਣਾ ਨਾ, ਕਛ ਨਹੀਂ ਇਸ ਕਾ ਮੂਲ, ਇਸ ਦਾ ਮੁੱਲ, ਇਸ ਦੀ ਕੀਮਤ ਕਥਨ ਹੀ ਨਹੀਂ ਕੀਤੀ ਜਾ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਭਾਈ ਅੰਤਰ ਆਤਮੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਦੇਖ ਦੇਖ ਕਰਕੇ ਹੀ ਅਸੀਂ ਜਿਉਂਦੇ ਹਾਂ। ਸਤਿਗੁਰਾਂ ਦਾ ਦੀਦਾਰ ਹੀ ਸਾਡਾ ਜੀਵਨ ਰੂਪ ਹੈ। ਗੁਰ ਕੇ ਚਰਨ ਧੋਏ ਧੋਏ ਪੀਵਾ। ਸਤਿਗੁਰੂ ਜੀ ਦੇ ਚਰਨਾਂ ਨੂੰ ਧੋ ਧੋ ਕਰਕੇ ਪੀਵਣਾ ਕਰਦੇ ਹਾਂ। ਹਿਰਦੇ ਅੰਦਰ ਐਸਾ ਉਤਸ਼ਾਹ ਹੈ, ਚਰਨਾਂ ਨੂੰ ਧੋ ਧੋ ਕਰਕੇ, ਜੋ ਚਰਨਾਂ ਦਾ ਜਲ ਹੈ ਤਿਸ ਨੂੰ ਮੁਖ ਵਿੱਚ ਪਾਵਣਾ ਕਰੀਏ। ਸਾਧ ਸੰਗਤ ਜੀ, 9 ਸਤਿਗੁਰਾਂ ਤੱਕ ਮਰਿਆਦਾ ਵੀ ਇਹ ਸੀ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਸੋ ਚਰਨ ਧੋ ਕਰਕੇ ਚਰਨ ਪਾਹੁਲ ਦਿੱਤੀ ਜਾਂਦੀ ਸੀ ਜਦੋਂ ਸਿੱਖੀ ਦੀ ਦਾਤ ਬਖਸ਼ੀ ਜਾਂਦੀ ਸੀ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਾਣਿਆ, ਹੁਣ ਜੋ ਸ਼ਖਸੀ ਗੁਰਿਆਈ ਦੀ ਪ੍ਰਪਾਟੀ ਹੈ ਅੱਗੇ ਸਥਿਰ ਨਹੀਂ ਰੱਖਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਅਰਪਣ ਕਰਕੇ 5 ਪਿਆਰਿਆਂ ਨੂੰ ਪੰਥ ਰੂਪ ਗੁਰੂ ਰੂਪ ਸਾਜ ਕਰਕੇ ਖੰਡੇ ਦੀ ਪਾਹੁਲ ਬਣਾ ਦਿੱਤੀ ਹੈ। ਇਸੇ ਪ੍ਰਕਾਰ ਬਚਨ ਮੰਨਣਾ ਨੂੰ, ਬਚਨ ਕਮਾਉਣੇ ਨੂੰ ਵੀ ਚਰਨ ਧੋ ਕਰਕੇ ਪੀਣਾ ਕਹਿੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਧੋ ਧੋ ਕਰਕੇ ਪੀਵਣਾ ਕਰਦੇ ਹਾਂ, ਭਾਵ ਬਚਨਾਂ ਨੂੰ ਕਮਾਉਣਾ ਕਰਦੇ ਹਾਂ, ਹਿਰਦੇ ਦੇ ਅੰਦਰ ਧਾਰਨ ਕਰਕੇ। ਗੁਰ ਕੀ ਰੇਣ ਨਿਤ ਮੱਜਨ ਕਰੋ। ਸਤਿਗੁਰੂ ਜੀ ਦੀ ਚਰਨ ਧੂੜੀ ਦੇ ਅੰਦਰ ਨਿਤਾ ਪ੍ਰਤੀ ਅਸੀਂ ਇਸ਼ਨਾਨ ਕਰਦੇ ਹਾਂ। ਜੋ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਹੈ, ਇਹ ਮੱਜਨ ਪੁਰਬਾਂ ਦਾ ਇਸ਼ਨਾਨ ਹੈ। ਇਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਿਰਪਾਲਤਾ ਕਰਕੇ ਆਪਣੇ ਖਾਲਸੇ ਨੂੰ ਪ੍ਰੇਮ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ। ਤੇ ਇਸੇ ਪ੍ਰਕਾਰ ਗੁਰਬਾਣੀ ਦੇ ਅੰਦਰ ਵੀ ਬਚਨ ਆਉਂਦੇ ਨੇ, ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗਾ ਉਪਾਏ ਜੀਓ।
ਪੰਥ ਨੂੰ ਗੁਰੂ ਸਰੂਪ ਦੀ ਦਾਤ ਕਲਗੀਧਰ ਸਾਹਿਬ ਜੀ ਨੇ। ਸੋ ਗੁਰੂ ਪੰਥ ਥਾਪਣਾ ਕੀਤਾ ਹੈ ਤੇ ਪ੍ਰਤੱਖ ਗੁਰੂ ਦੀ ਚਰਨ ਧੂੜ ਲੈਣੀ ਹੈ ਤੇ ਗੁਰੂ ਪੰਥ ਦੀ ਪੰਜ ਪਿਆਰਿਆਂ ਨੂੰ ਨਮਸਕਾਰ ਕਰਨੀ, ਚਰਨ ਧੂੜ ਲੈਣੀ ਹੈ। ਸੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਸਰਵਣ ਕਰਦੇ ਹਾਂ, ਸੋ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਇਸ ਪ੍ਰਕਾਰ ਇਹ ਜਿਹੜਾ ਸਾਧਨ ਹੈ ਸਤਿਗੁਰੂ ਜੀ ਦੀ ਇਹ ਵੀ ਚਰਨ ਧੂੜ ਪ੍ਰਾਪਤ ਕਰਨਾ ਹੈ। ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਕਮਾਈ ਕਰਨੀ ਏ, ਇਹ ਵੀ ਚਰਨ ਧੂੜ ਪ੍ਰਾਪਤ ਕਰਨਾ ਹੈ। ਇਹ ਚਰਨ ਧੂੜ ਵੀ ਐਸੀ ਏ ਜਿਹੜੇ ਪੁਰਬੀ ਦੇ ਮੱਜਨ ਦੀ ਨਿਆਈ ਹੈ, ਨਿਤਾ ਪ੍ਰਤੀ ਅੰਤਰ ਆਤਮੇ ਕਰਦੇ ਹਾਂ। ਜਨਮ ਜਨਮ ਕੀ ਹਉਮੈ ਮਲ ਹਰਾ। ਸੋ ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਜਿਹੜੀ ਲੱਗੀ ਹੋਈ ਮੈਲ ਏ ਨਾ, ਇਸ ਪ੍ਰਕਾਰ ਗੁਰੂ ਦੀ ਚਰਨ ਧੂੜੀ ਲੈ ਕਰਕੇ ਅਸੀਂ ਪ੍ਰਾਪਤ ਕਰਕੇ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਹਾਰੋਂ ਹਰ ਲੈਂਦੇ ਹਾਂ, ਨਾਸ਼ ਕਰਦੇ ਹਾਂ। ਸਤਿਗੁਰੂ ਜੀ ਦੀ ਚਰਨ ਧੂੜੀ ਜਨਮਾਂ ਜਨਮਾਂਤਰਾਂ ਦੇ ਹਉਮੈ ਦੀ ਲੱਗੀ ਹੋਈ ਮਲ ਦੀ ਮੈਲ ਧੋ ਦੇਣ ਵਾਲੀ ਹੈ। ਇਸ ਗੁਰ ਕਾ ਝੁਲਾਵਾ ਪਾਖਾ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਦਾ ਹੀ ਪੱਖਾ ਝੱਲਣਾ ਕਰੀਏ। ਦਸਾਂ ਹੀ ਪਾਤਸ਼ਾਹੀਆਂ ਜੀ ਦੇ ਉੱਪਰ ਸੇਵਾਦਾਰ ਦੇ ਰੂਪ ਵਿੱਚ ਸਤਿਗੁਰੂ ਜੀ ਤੇ ਸਿੱਖਾਂ ਦੇ ਰੂਪ ਵਿੱਚ ਆਪ ਪੱਖਾ ਝੱਲਦੇ ਰਹੇ ਤੇ ਗਰੀਬ ਨਿਵਾਜ ਸਤਿਗੁਰੂ ਜੀ ਹੁਣ ਸਾਡੇ ਪਾਸ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਕਲਗੀਧਰ ਸਾਹਿਬ ਜੀ ਦਾ ਮੁਬਾਰਕ ਬਚਨ ਹੈ ਸਿੱਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰਾਂ ਦੀ ਦੇਹ ਸਰੀਰ ਜਾਣਨਾ ਤੇ ਸਤਿਗੁਰੂ ਜੀ ਦੇ ਬਚਨ ਨੇ, ਤਿਸ ਗੁਰ ਕਾਓ ਤਿਸ ਗੁਰੂ ਨੂੰ ਜਿਹੜਾ ਹੈ ਸਦਾ ਪੱਖਾ ਝੱਲਣਾ ਕਰੀਏ। ਝੁਲਾਵੋ ਪਾਖਾ, ਪੱਖਾ ਚੱਲ ਕਰਕੇ ਸੇਵਾ ਕਰੀਏ। ਤੇ ਸਾਧ ਸੰਗਤ ਜੀ ਅੱਜ ਵੀ ਗੁਰਸਿੱਖ ਪਿਆਰੇ ਐਸੇ ਹਨ ਜੋ ਆਪਣੇ ਹੱਥੀਂ ਸਤਿਗੁਰੂ ਜੀ ਨੂੰ ਪੱਖਾ ਚੱਲਦੇ ਨੇ। ਇਸੇ ਪ੍ਰਕਾਰ ਪੱਖੇ ਬਿਜਲੀ ਦੇ ਨਾਲ ਚੱਲਣ ਵਾਲੇ ਛੱਤ ਇਤਿਆਦਿਕ ਤੇ ਲਗਾਉਂਦੇ ਨੇ, ਏਸੀ ਇਤਿਆਦਿਕ ਲਗਾ ਕਰਕੇ ਸੇਵਾ ਕੀਤੀ ਜਾਂਦੀ ਏ। ਤੇ ਪਿੰਡਾਂ ਇਤਿਆਦਿਕ ਥਾਵਾਂ ਦੇ ਵਿੱਚ ਐਸੇ ਗੁਰਸਿੱਖਾਂ ਦੇ ਦੀਦਾਰ ਹੋਏ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਤੇ ਆਪ ਪੱਖਾ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖਾ ਝੱਲਦੇ ਨੇ, ਕਿਉਂਕਿ ਸਤਿਗੁਰੂ ਜੀ ਨੇ ਪੂਰਨੇ ਪਾ ਦਿੱਤੇ ਤੇ ਇਸ ਗੁਰ ਕਾਓ ਝੁਲਾਵਾ ਪਾਖਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਨੇ। ਭਾਵੇਂ ਬਹੁਤ ਕਿੰਤੂ ਪਰੰਤੂ ਕਰਨ ਵਾਲੇ ਇਹ ਗੱਲ ਕਹਿੰਦੇ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗਿਆਨ ਰੂਪ ਨੇ, ਇਹ ਤੇ ਸ਼ਬਦ ਰੂਪ ਨੇ, ਇਹਨਾਂ ਨੂੰ ਕੰਬਲਾਂ ਦੀ ਕੀ ਲੋੜ ਹੈ, ਇਹਨਾਂ ਨੂੰ ਏਸੀ ਦੀ ਕੀ ਲੋੜ ਹੈ। ਸਾਧ ਸੰਗਤ ਜੀ ਜੇ ਤਾਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਐ, ਜੇ ਤੇ ਕਲਗੀਧਰ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਨਿਸ਼ਚਾ ਹੈ, ਭਰੋਸਾ ਹੈ, ਫਿਰ ਤਾਂ ਲੋੜ ਹੈ। ਤੇ ਜੇ ਭਰੋਸਾ ਹੀ ਨਹੀਂ, ਜਿਹੜੇ ਸ਼ਰਧਾ ਤੋਂ ਹੀਣੇ ਨੇ, ਠੀਕ ਹੈ, ਫਿਰ ਉਹਨਾਂ ਦੀ ਨਜ਼ਰ ਵਿੱਚ ਨਹੀਂ ਲੋੜ ਹੋਵੇਗੀ। ਜਿਨ੍ਹਾਂ ਦੀ ਸਤਿਗੁਰੂ ਜੀ ਦੇ ਭਾਵਨਾ ਹੀ ਹੈ ਨਹੀਂ, ਪ੍ਰੇਮ ਹੀ ਹੈ ਨਹੀਂ, ਸਿੱਧਕ ਹੀ ਹੈ ਨਹੀਂ, ਨਿਸ਼ਚਾ ਹੀ ਹੈ ਨਹੀਂ, ਵਿਸ਼ਵਾਸ ਹੀ ਨਹੀਂ, ਹਿਰਦੇ ਚੋਂ ਡੋਲਦੇ ਫਿਰਦੇ ਨੇ। ਐਸੇ ਡੋਲਦੇ ਹੋਏ ਮਨਾਂ ਨੂੰ ਧਰਵਾਸ ਹੀ ਨਹੀਂ ਆਉਂਦੀ, ਉਹਨਾਂ ਨੂੰ ਪੱਖਾ ਝੱਲਣਾ ਕਿੱਥੇ ਚੰਗਾ ਲੱਗਣਾ ਹੈ। ਉਹਨਾਂ ਨੂੰ ਏਸੀ ਲੱਗੇ ਆਪਣੇ ਘਰਾਂ ਵਿੱਚ ਲਾ ਕੇ ਰੱਖਣਗੇ, ਆਪਣੀਆਂ ਘਰ ਵਾਲੀਆਂ ਨੂੰ ਤੇ ਸੋਨੇ ਦੇ ਗਹਿਣੇ ਵੀ ਬਣਾ ਕਰਕੇ ਦੇਣਗੇ, ਡਰਦੇ ਜੂ ਹੋਏ। ਪਰ ਗੁਰੂ ਘਰ ਤੇ ਲੱਗਾ ਹੋਇਆ ਸੋਨਾ ਉਹਨਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦਾ, ਉਹਨਾਂ ਨੂੰ ਨਹੀਂ ਸੋਭਦਾ ਜੀ। ਗੁਰੂ ਘਰਾਂ ਤੇ ਸੋਨਾ ਲਾਉਂਦੇ ਨੇ। ਕਦੇ ਕਿਸੇ ਨੂੰ ਪੁੱਛ ਕੇ ਦੇਖੋ, ਤੂੰ ਕਿੰਨੇ ਕਿਲੋ ਭੇਜਿਆ ਸੀ? ਕਹਿੰਦਾ ਜੀ ਮੈਂ ਤੇ 1 ਗ੍ਰਾਮ ਵੀ ਨਹੀਂ ਭੇਜਿਆ। ਜਦੋਂ ਤੇਰੇ ਘਰ ਚੋਂ ਆਇਆ ਹੀ ਕੁਛ ਨਹੀਂ, ਤੈਨੂੰ ਦੁੱਖ ਕਾਹਦਾ ਹੈ? ਜੇ ਤੇ ਤੇਰੇ ਘਰ ਚੋਂ ਕਿਸੇ ਨੇ ਜਾ ਕੇ 5-7 ਕਿਲੋ ਚੁੱਕ ਲਿਆਂਦਾ, ਤੈਨੂੰ ਦੁੱਖ ਹੋਵੇ ਜੀ ਮੇਰੇ ਘਰੋਂ ਚੁੱਕ ਲਿਆਂਦਾ ਤੇ ਇੱਥੇ ਲਾਤਾ। ਤੇਰੇ ਘਰੋਂ ਤੇ ਆਇਆ ਹੀ ਨਹੀਂ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਦਾਤਾਂ ਬਖਸ਼ੀਆਂ, ਦਾਤਾਂ ਦੇ ਨਾਲ ਭਾਵਨਾ ਦਿੱਤੀ, ਸ਼ਰਧਾ ਦਿੱਤੀ, ਪ੍ਰੇਮ ਦਿੱਤਾ ਤੇ ਦਸਵੰਧ ਕੱਢਣੇ ਦਾ ਹੌਸਲਾ ਵੀ ਦਿੱਤਾ, ਜ਼ਿਗਰਾ ਵੀ ਦਿੱਤਾ, ਉਹਨਾਂ ਨੇ ਕਿਰਤ ਕਮਾਈਆਂ ਨੂੰ ਸਫਲਿਆ ਕਰਨ ਵਾਸਤੇ, ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕਿਸੇ ਨੇ ਪੱਥਰ ਦੀ ਸੇਵਾ ਕਰਤੀ, ਕਿਸੇ ਨੇ ਇੱਟਾਂ ਦੀ ਕਰ ਦਿੱਤੀ, ਕਿਸੇ ਨੇ ਸਰੀਏ ਸੀਮੈਂਟ ਦੀ ਕਰ ਦਿੱਤੀ, ਕਿਸੇ ਨੇ ਸੋਨੇ ਦੀ ਕਰ ਦਿੱਤੀ, ਕਿਸੇ ਨੇ ਪਾਲਕੀ ਸਾਹਿਬ ਦੀ ਕਰ ਦਿੱਤੀ, ਕਿਸੇ ਨੇ ਬਸਤਰਾਂ ਦੀ ਕਰ ਦਿੱਤੀ। ਜੋ ਜੋ ਕਿਸੇ ਦੀ ਭਾਵਨਾ, ਕਿਸੇ ਨੇ ਲੰਗਰਾਂ ਵਾਸਤੇ ਅੰਨ ਦੀ ਸੇਵਾ ਕਰ ਦਿੱਤੀ, ਰਸਦਾਂ ਦੀ ਸੇਵਾ ਕਰ ਦਿੱਤੀ, ਕਿਸੇ ਨੇ ਬਿਲਡਿੰਗਾਂ ਵਾਸਤੇ ਮਾਇਆ ਦੀ ਸੇਵਾ ਕਰ ਦਿੱਤੀ। ਸੇਵਾ ਕਰਨ ਵਾਲੇ ਤੇ ਸੇਵਾ ਕਰੀ ਜਾਂਦੇ ਨੇ, ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਂਦੇ ਨੇ, ਤੇ ਜਿਹੜੇ ਆਪ ਕਰਨ ਜੋਗੇ ਨਹੀਂ, ਵਿਹਲੇ ਬੈਠੇ ਨਿੰਦਿਆ ਹੀ ਕਰੀ ਜਾਂਦੇ ਨੇ। ਜੇ ਤੇ ਸਤਿਗੁਰੂ ਜੀ ਦੇ ਭਾਵਨਾ ਹੈ ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਸਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸੋਨੇ ਦਾ ਬੰਗਲਾ ਤਿਆਰ ਕਰਵਾਇਆ ਸੀ। ਤੇ ਜੇ ਕਲਗੀਧਰ ਸਾਹਿਬ ਜੀ ਨੇ ਸੋਨੇ ਦਾ ਬੰਗਲਾ ਤਿਆਰ ਕਰਵਾਇਆ ਸੀ ਤੇ ਅੱਜ ਗੁੰਬਦਾਂ ਦੇ ਉੱਪਰ ਸੋਨਾ ਲਾਉਣਾ ਵਾਜਿਬ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਤਸ਼ਾਹਾਂ ਸਿਰ ਪਾਤਸ਼ਾਹ ਨੇ, ਸੋਈ ਧਿਆਈਐ ਜੀੜੇ ਸਿਰ ਸਾਹਾਂ ਪਾਤਸ਼ਾਹੋ।
ਇੱਥੇ ਦੁਨੀਆ ਦੇ ਰਾਜੇ ਸੋਨੇ ਦੇ ਤਖਤਾਂ ਤੇ ਬੈਠਿਆ ਕਰਦੇ ਸਨ, ਤੇ ਜਿਹੜੇ ਪਾਤਸ਼ਾਹਾਂ ਸਿਰ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਫਿਰ ਤਿੰਨਾਂ ਵਾਸਤੇ ਸੋਨੇ ਦਾ ਤਖਤ, ਸੋਨੇ ਦੀ ਪਾਲਕੀ ਕਿਉਂ ਨਾ ਹੋਵੇ। ਇੱਥੇ ਤੇ ਰਾਵਣ ਵਰਗੇ ਰਾਜੇ, ਦੁਨਿਆਵੀ ਰਾਜੇ 4 ਕੁ ਦਿਨਾਂ ਦੀ ਜ਼ਿੰਦਗੀ ਜਿਉਣ ਵਾਸਤੇ ਭਾਵੇਂ ਜੁਗਾ ਜੀਵੇ ਹੋਣ, ਪਰ ਕੁੱਲ ਸ੍ਰਿਸ਼ਟੀ ਦੀ ਉਮਰ ਦੀ ਲੰਬਾਈ ਦੇ ਹਿਸਾਬ ਦੇ ਨਾਲ 4 ਕੁ ਦਿਨ ਹੀ ਹੈ। 4 ਕੁ ਦਿਨ ਨੌਬਤ ਵਜਾਉਣ ਵਾਲੇ ਸੋਨੇ ਦੀ ਲੰਕਾ ਵਿੱਚ ਵਸਦੇ ਨੇ। ਤੇ ਜਿਹੜੇ ਕਲਗੀਧਰ ਪਾਤਸ਼ਾਹ ਜੀ ਹਲਤ ਪਲਤ ਰੱਖਿਅਕ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ, ਤਿੰਨਾਂ ਦੇ ਤਖਤਾਂ ਦੇ ਗੁੰਬਦਾਂ ਦੇ ਉੱਪਰ ਫਿਰ ਸੋਨਾ ਕਿਉਂ ਨਾ ਲੱਗੇ। ਸੇਵਾ ਕਰਨ ਵਾਲਿਆਂ ਨੇ ਸੇਵਾ ਕਰਨੀ ਹੈ, ਭਾਵਨਾ ਤੋਂ ਹੀਣਿਆਂ ਨੇ ਨਿੰਦਿਆ ਕਰੀ ਜਾਣੀ ਹੈ। ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਨੂੰ ਪ੍ਰੇਮ ਪੂਰਵਕ ਸਤਿਗੁਰੂ ਜੀ ਦਾ ਉਪਦੇਸ਼ ਜ਼ਰੂਰ ਸੁਣਾ ਦੇਣਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਗੁਰੂ ਕਾ ਬਚਨ ਸੁਣਾ ਦਿਓ, ਜੇ ਮੰਨ ਜਾਵੇ ਤੇ ਭਲਾ, ਨਾ ਮੰਨੇ ਤੇ ਫਿਰ ਉਹਦਾ ਭਾਗ। ਤੁਸਾਂ ਗੁਰੂ ਕਾ ਬਚਨ ਸੁਣਾ ਦਿੱਤਾ, ਤੁਸਾਂ ਆਪਣੀ ਡਿਊਟੀ ਪੂਰੀ ਕਰ ਦਿੱਤੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਭਾਵਨਾ ਪ੍ਰਗਟ ਕਰਦੇ ਨੇ। ਅਸੀਂ ਹੱਥਾਂ ਦੇ ਵਿੱਚ ਪੱਖਾ ਪਕੜ ਕਰਕੇ ਆਪਣੇ ਗੁਰੂ ਨੂੰ ਸਦਾ ਪੱਖਾ ਝੱਲਦੇ ਰਹੀਏ। ਅੱਜ ਵੀ ਗੁਰਮੁਖ ਪੱਖੇ ਝੱਲਦੇ ਨੇ। ਫਿਰ ਇਸੇ ਪ੍ਰਕਾਰ ਚੌਰ ਬਰਦਾਰ ਚੌਰ ਦੀ ਸੇਵਾ ਕਰਦੇ ਨੇ। ਬਿਜਲੀ ਬੰਦ ਹੋਣ ਦੇ ਪ੍ਰਤੱਖ ਪੱਖਿਆਂ ਦੀ ਸੇਵਾ ਝੱਲ ਕਰਕੇ, ਤੇ ਜਦੋਂ ਬਿਜਲੀ ਇਤਿਆਦਿਕ ਆਉਂਦੀ ਹੈ ਫਿਰ ਪੱਖੇ ਲਗਾ ਕਰਕੇ, ਏਸੀ ਲਗਾ ਕਰਕੇ ਸੇਵਾ ਕਰਨੀ, ਇਹ ਗੁਰਮਤ ਦੇ ਸੇਵਾ ਦੇ ਵਿੱਚੋਂ ਸੇਵਾ ਦਾ ਇੱਕ ਅੰਗ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਸਾਡੇ ਹਿਰਦੇ ਦਾ ਪਿਆਰ ਆਪਣੇ ਗੁਰੂ ਨੂੰ ਸਦਾ ਪੱਖਾ ਝੱਲਦੇ ਰਹੀਏ। ਮਹਾ ਅਗਨ ਤੇ ਹਾਥ ਦੇ ਰਾਖਾ। ਜਿਸ ਪੂਰੇ ਸਤਿਗੁਰੂ ਜੀ ਨੇ ਸਾਨੂੰ ਸੰਸਾਰ ਦੇ ਵਿੱਚ ਵਸਦਿਆਂ ਹੋਇਆਂ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਚੋਂ ਕਿਰਪਾ ਰੂਪੀ ਹੱਥ ਦੇ ਕਰਕੇ ਰੱਖ ਲੈਣਾ ਕੀਤਾ ਹੈ। ਮਾਇਆ ਦੀ ਤ੍ਰਿਸ਼ਨਾ ਦਾ ਲਟਾਲਟ ਮਚਦਾ ਭਾਂਬੜ ਐਸਾ ਹੈ, ਹਰ ਇੱਕ ਦੇ ਹਿਰਦੇ ਨੂੰ ਸਾੜਦਾ ਹੈ, ਪਰ ਸਾਨੂੰ ਪੂਰੇ ਸਤਿਗੁਰੂ ਜੀ ਨੇ ਇਸ ਤ੍ਰਿਸ਼ਨਾ ਦੀ ਅਗਨੀ ਤੋਂ ਹੱਥ ਦੇ ਕੇ ਰੱਖ ਲਿਆ ਹੈ ਜੀ। ਤਿਸ ਗੁਰ ਕੈ ਗ੍ਰਹਿ ਢੋਵੋਂ ਪਾਣੀ। ਐਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰ ਤੇ ਸਦਾ ਪਾਣੀ ਢੋਣ ਦੀ ਸੇਵਾ ਕਰਦੇ ਰਹੀਏ। ਜਿਵੇਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਰੀਰ ਦੀ ਬਿਰਧ ਅਵਸਥਾ ਦੇ ਵਿੱਚ ਵੀ 12 ਸਾਲ ਜਲ ਦੀ ਗਾਗਰ ਢੋ ਕਰਕੇ ਸਤਿਗੁਰੂ ਜੀ ਦੇ ਇਸ਼ਨਾਨ ਤੇ ਲੰਗਰਾਂ ਦੇ ਵਿੱਚ ਜਲ ਦੀ ਸੇਵਾ ਕੀਤੀ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ, ਭਾਈ ਮੀਹਾ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਲ ਦੇ ਨਾਲ ਐਵੇਂ ਸੇਵਾ ਕਰਦੇ ਨੇ, ਜਿੱਥੇ ਜਲ ਛਕਾਉਂਦੇ ਨੇ ਦੀਵਾਨ ਸਥਾਨ ਤੇ ਨਾ ਜਲ ਲਿਆ ਕੇ ਜਲ ਛੜਕਾਉਂਦੇ ਨੇ ਕਿ ਗੁਰੂ ਸਾਹਿਬ ਜੀ ਨੇ ਵਚਨ ਕੀਤਾ, ਤੂੰ ਤੇ ਮੀਂਹ ਹੀ ਪਾ ਦਿੱਤਾ ਹੈ। ਇਸ ਕਰਕੇ ਨਾਮ ਪੈ ਗਿਆ ਭਾਈ ਮੀਹਾ ਜੀ, ਮੀਂਹ ਪਾ ਦੇਣ ਵਾਲੇ। ਇਸ ਪ੍ਰਕਾਰ ਭਾਈ ਮੀਹਾ ਜੀ ਵਾਂਗੂ ਗਾਗਰ ਢੋ ਕਰਕੇ ਜਲ ਦੇ ਨਾਲ ਸੇਵਾ ਕਰਨੀ ਕਰੀਏ। ਜਿਸ ਪ੍ਰਕਾਰ ਭਾਈ ਕਨ੍ਹਈਆ ਜੀ ਗੁਰਸਿੱਖਾਂ ਨੂੰ ਜਿੱਥੇ ਜੋ ਕਿ ਆਮ ਹਾਲਾਤਾਂ ਦੇ ਵਿੱਚ, ਸਾਧਾਰਨ ਹਾਲਾਤਾਂ ਦੇ ਵਿੱਚ ਜਲ ਛਕਾਉਂਦੇ ਨੇ, ਉਹ ਜਲ ਦੀ ਸੇਵਾ ਮੈਦਾਨੇ ਜੰਗ ਦੇ ਅੰਦਰ ਆਪ ਜੀ ਨੇ ਤਿਆਗੀ ਨਹੀਂ। ਐਸਾ ਗੁਰਸਿੱਖਾਂ ਦਾ ਪਿਆਰ ਹੈ। ਹਜ਼ੂਰ ਫਰਮਾਉਂਦੇ ਨੇ, ਆਪਣੇ ਗੁਰੂ ਦੇ ਦਰ ਤੇ ਸਦਾ ਜਲ ਦੀ ਸੇਵਾ ਕਰਦੇ ਰਹੀਏ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਤਿੰਨਾਂ ਤੋਂ ਸਿੱਖਿਆ ਲੈ ਕਰਕੇ ਤੇ ਸੰਗਤਾਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕਰਕੇ ਅੱਜ ਵੀ ਗੁਰੂ ਘਰ ਦੇ ਵਿੱਚ ਥਾਂ ਪੁਰ ਥਾਂ ਛਬੀਲਾਂ ਲਾਈਆਂ ਜਾਂਦੀਆਂ ਨੇ ਪਾਣੀ ਦੀਆਂ, ਕਿ ਗੁਰਸਿੱਖਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਰਹੀਏ। ਜਿਸ ਗੁਰ ਤੇ ਅਕਲ ਗਤ ਜਾਣੀ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਅਕਲ ਸ੍ਰੇਸ਼ਟ ਮਤ ਗਤ ਮੁਕਤੀ ਨੂੰ ਪ੍ਰਾਪਤ ਕਰਨ ਵਾਲੀ ਜਾਣੀ ਹੈ। ਜਿਸ ਸਤਿਗੁਰੂ ਜੀ ਤੋਂ ਆਤਮ ਵਿਸ਼ੈਣੀ ਮਤ ਪ੍ਰਾਪਤ ਕਰਕੇ ਗਤ ਪਰਮ ਗਤੀ ਦੀ ਪ੍ਰਾਪਤੀ ਜਾਣੀ ਹੈ। ਇਸੇ ਪ੍ਰਕਾਰ ਇਹੋ ਪੰਕਤੀ ਫਿਰ ਪੜ੍ਹ ਦਿਓ। ਜਿਸ ਗੁਰ ਤੇ ਅਕਲ ਗਤ ਜਾਣੀ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਅਕਲ, ਸਾਧ ਸੰਗਤ ਜੀ ਪਾਠ ਇਕੱਠਾ ਹੈ, ਪਰ ਇਸ ਨੂੰ ਦੂਸਰੇ ਅਰਥ ਵਾਸਤੇ ਅਕਲਪਨਾ ਤੋਂ, ਜੋ ਕਲ ਕਲਪਨਾ ਹੈ ਉਸ ਤੋਂ ਜੋ ਰਹਿਤ ਪ੍ਰਮਾਤਮਾ ਹੈ, ਤੇ ਇਸ ਪ੍ਰਮਾਤਮਾ ਦੀ ਗਤ ਜੋ ਪ੍ਰਾਪਤੀ ਹੈ ਪੂਰੇ ਸਤਿਗੁਰੂ ਜੀ ਤੋਂ ਜਾਣੀ ਹੈ। ਜਿਸ ਗੁਰ ਕੈ ਗ੍ਰਹਿ ਪੀਸੋ ਨੀਤ। ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰ ਤੇ ਸਦਾ ਹੀ ਚੱਕੀ ਦੇ ਵਿੱਚ ਦਾਣੇ ਪਾ ਕਰਕੇ ਇਸ ਨੂੰ ਪੀਸਣਾ ਕਰਨਾ ਕਰੀਏ। ਸੋ ਆਟਾ ਪੀਸ ਕਰਕੇ ਫਿਰ ਪ੍ਰਸ਼ਾਦੇ ਬਣਾ ਕਰਕੇ ਗੁਰਸਿੱਖਾਂ ਨੂੰ ਛਕਾਵਣਾ ਕਰੀਏ। ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ ਹੈੱਡਕੁਆਟਰ ਅੰਮ੍ਰਿਤਸਰ ਜ਼ਿਲ੍ਹੇ ਮਹਿਤੇ ਨਗਰ ਦੇ ਅੰਦਰ ਗੁਰਸਿੱਖ ਸੀ। ਘਰ ਦੇ ਵਿੱਚ ਇੱਕ ਪੁੱਤਰ ਹੋਇਆ, ਚੜ੍ਹਾਈ ਕਰ ਗਿਆ, ਦੂਜਾ ਹੋਇਆ, ਚੜ੍ਹਾਈ ਕਰ ਗਿਆ। ਤੇ ਜਥੇ ਦੇ ਵਿੱਚ ਇੱਕ ਸਿੰਘ ਰਿਹਾ ਕਰਦੇ ਸਨ, ਭੋਲਾ ਸਿੰਘ, ਬਜ਼ੁਰਗ ਅਵਸਥਾ ਦੇ, ਹੁਣ ਤਾਂ ਥੋੜਾ ਸਮਾਂ ਪਹਿਲਾਂ ਚੜ੍ਹਾਈ ਕਰ ਗਏ।
ਤੇ ਇਸ ਨੂੰ ਕਹਿਣਾ ਕੀਤਾ ਜੀ ਘਰ ਵਿੱਚ ਔਲਾਦ ਨਹੀਂ, ਪੁੱਤਰ ਜਿਹੜਾ ਪੈਦਾ ਹੁੰਦਾ ਚੜ੍ਹਾਈ ਕਰ ਜਾਂਦਾ ਹੈ। ਤੇ ਭਾਈ ਭੋਲਾ ਸਿੰਘ ਜੀ ਨੇ ਕਹਿਣਾ ਕੀਤਾ ਤੂੰ ਗੁਰੂ ਘਰ ਦੀ ਸਿੰਘਾਂ ਦੀ ਸੇਵਾ ਨਹੀਂ ਨਾ ਕਰਦਾ। ਜੋ ਚੱਕੀ ਲੱਗੀ ਹੋਈ ਏ ਇਸ ਦੇ ਵਿੱਚ ਰੋਜ਼ ਦੇ ਰੋਜ਼ ਆਟਾ ਪੀਸਿਆ ਕਰ। ਜਿਤਨਾ ਲੰਗਰ ਦੇ ਵਿੱਚ ਆਟਾ ਲੱਗਦਾ ਹੈ ਨਾ, 2 ਬੋਰੇ 2.5 ਬੋਰੇ 2 2.5 3 ਕੁਇੰਟਲ ਜਿੰਨਾ ਵੀ ਲੱਗਦਾ ਹੈ, ਇਹ ਤੇਰੀ ਸੇਵਾ ਏ। ਇਤਨੀ ਕਣਕ ਨੂੰ ਪੀਸ ਕਰਕੇ ਆਟਾ ਰੋਜ਼ ਤੂੰ ਬਣਾਉਣਾ ਹੈ। ਇਹ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੇਰੇ ਤੇ ਮਿਹਰ ਕਰਨਗੇ। ਤੇ ਸਾਧ ਸੰਗਤ ਜੀ ਉਸ ਗੁਰਮੁਖ ਪ੍ਰੇਮੀ ਨੇ ਹਰ ਰੋਜ਼ ਮਰਿਆਦਾ ਦੇ ਅਨੁਸਾਰ ਇਹ ਸੇਵਾ ਸੰਭਾਲ ਲਈ। ਜਿਤਨਾ ਵੀ ਲੰਗਰ ਦੇ ਵਿੱਚ 2 2.5 3 ਕੁਇੰਟਲ ਆਟਾ ਰੋਜ਼ ਲੱਗਿਆ ਕਰਦਾ ਸੀ, ਰੋਜ਼ ਦੇ ਰੋਜ਼ ਉਸਨੇ ਪੀਸਣਾ। ਤੇ ਵਾਹਿਗੁਰੂ ਜੀ ਦੀ ਕਲਗੀਧਰ ਸਾਹਿਬ ਜੀ ਦੀ ਐਸੀ ਬਖਸ਼ਿਸ਼ ਹੋਈ, ਸਮੇਂ ਸਮੇਂ ਅਨੁਸਾਰ ਉਸ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਅੱਜ ਵੀ ਦੋਵੇਂ ਚੜ੍ਹਦੀ ਕਲਾ ਦੇ ਵਿੱਚ ਨੇ। ਇਵੇਂ ਸੇਵਾ ਕਰਨੇ ਦੇ ਨਾਲ ਭਾਗ ਲੱਗਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ ਆਪਣੇ ਗੁਰੂ ਦੇ ਦਰ ਤੇ ਸਦਾ ਹੀ ਕਣਕ ਨੂੰ ਪੀਸ ਕਰਕੇ ਆਟਾ ਬਣਾ ਕਰਕੇ ਲੰਗਰ ਵਿੱਚ ਰੱਖਣਾ ਕਰੀਏ, ਪ੍ਰਸ਼ਾਦੇ ਭੋਜਨ ਬਣਾ ਕਰਕੇ ਸੰਗਤਾਂ ਨੂੰ ਗੁਰਸਿੱਖਾਂ ਨੂੰ ਛਕਾਵਣਾ ਕਰੀਏ। ਜਿਸ ਪ੍ਰਸਾਦ ਵੈਰੀ ਸਭ ਮੀਤ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਸਾਰੇ ਜਿਹੜੇ ਪ੍ਰਤੱਖ ਵੈਰੀ ਸਨ ਉਹ ਵੀ ਮਿੱਤਰ ਹੋ ਗਏ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕਉ ਬਨ ਆਈ। ਹੁਣ ਸਾਡਾ ਕੋਈ ਵੈਰੀ ਮਿੱਤਰ ਰਿਹਾ ਹੀ ਨਹੀਂ। ਨਾ ਕੋ ਦੁਸ਼ਮਣ ਦੋਖੀਆ, ਨਾ ਹੀ ਕੋ ਮੰਦਾ, ਨਾ ਸਾਡਾ ਕੋਈ ਮੰਦਾ ਚਿਤਵਨ ਵਾਲਾ ਰਿਹਾ, ਨਾ ਕੋਈ ਦੁਸ਼ਮਣ ਨਾ ਕੋਈ ਦੋਖੀ ਰਿਹਾ। ਇਸੇ ਪ੍ਰਕਾਰ ਜਿਹੜੇ ਵਿਕਾਰਾਂ ਰੂਪੀ ਜੋ ਕਿ ਦੂਤ ਸਨ ਉਹ ਵੀ ਸਾਰੇ ਸੇਵਾ ਦੇ ਵਿੱਚ ਲੱਗ ਗਏ। ਜਿਸ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਸੇਵਾਦਾਰ ਹੋ ਕਰਕੇ ਸ਼ਰਨ ਦੇ ਵਿੱਚ ਪੈ ਗਏ, ਵਸ ਦੇ ਵਿੱਚ ਪੈ ਗਏ ਹਨ। ਜਿਨ ਗੁਰ ਮੋਕਾ ਦੀਨਾ ਜਿਓ, ਜਿਸ ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਜੀਓ ਜੀਵਨ ਦਾਨ ਦਿੱਤਾ ਹੈ। ਸਾਨੂੰ ਜੀਓ ਜੀਵ ਆਤਮਾ ਸਰੀਰ ਦੇ ਵਿੱਚ ਪਾ ਕਰਕੇ ਦਿੱਤੀ ਹੈ। ਜੀਓ ਪਿੰਡ ਸਭ ਤੇਰਾ, ਜਿਸ ਸਤਿਗੁਰੂ ਜੀ ਨੇ ਸਰੀਰ ਤੇ ਜੀਵਨ ਦਾਨ ਬਖਸ਼ਿਸ਼ ਕਰਨਾ ਕੀਤਾ ਹੈ ਸਾਨੂੰ। ਆਪਣਾ ਦਾਸਰਾ ਆਪੇ ਮੁੱਲ ਲਿਓ, ਤੇ ਸਾਨੂੰ ਆਪਣਾ ਦਾਸਰਾ ਜਾਣ ਕਰਕੇ ਸਾਨੂੰ ਮੁੱਲ ਹੀ ਲੈ ਲਿਆ। ਅਸੀਂ ਵਿਕ ਗਏ ਹਾਂ ਗੁਰੂ ਕੇ ਚਰਨਾਂ ਤੋਂ। ਸਤਿਗੁਰੂ ਜੀ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਆ, ਕੁਰਬਾਨ ਜਾਂਦੇ ਆ, ਇਹ ਚਰਨਾਂ ਤੋਂ ਵਿਕ ਜਾਣਾ ਹੈ। ਮੁੱਲ ਖਰੀਦਾ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਮੈਨੂੰ ਮੇਰੇ ਸਾਹਿਬ ਜੀ ਨੇ ਮੁੱਲ ਖਰੀਦਿਆ ਹੋਇਆ ਹੈ, ਸੋ ਮੈਂ ਸਾਹਿਬ ਜੀ ਦਾ ਦਾਸ ਹਾਂ, ਨਫਰ ਹਾਂ, ਨੌਕਰ ਹਾਂ, ਗੁਲਾਮ ਹਾਂ। ਬਲਿਹਾਰ ਐਸੇ ਸਤਿਗੁਰੂ ਜੀ ਤੋਂ ਜਿਨ੍ਹਾਂ ਨੇ ਸਾਨੂੰ ਨਿਕੰਮਿਆਂ ਨੂੰ ਆਪਣੀ ਸੇਵਾ ਵਿੱਚ ਲਾ ਲਿਆ, ਆਪਣੇ ਚਾਕਰੀ ਬਖਸ਼ ਕਰਕੇ ਚਾਕਰ ਬਣਾ ਲੈਣਾ ਕੀਤਾ, ਆਪਣਾ ਦਾਸਰਾ ਆਪੇ ਮੁੱਲ ਲੈ ਲੈਣਾ ਕੀਤਾ ਹੈ ਜੀ। ਆਪੇ ਲਾਇਓ ਆਪਣਾ ਪਿਆਰ, ਸੋ ਇਸ ਤੋਂ ਇਹ ਭਾਵਨਾ ਵੀ ਹੁੰਦੀ ਏ ਜਿਵੇਂ ਜਿਹੜੀ ਚੀਜ਼ ਮੁੱਲ ਦਿੱਤੀ ਜਾਵੇ ਉਸ ਤੇ ਕੋਈ ਆਪਣਾ ਦਾਵਾ ਨਹੀਂ ਹੁੰਦਾ। ਤੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਮੁੱਲ ਲੈ ਲੈਣਾ ਕੀਤਾ ਹੈ। ਪ੍ਰੇਮ ਰੂਪੀ ਭੇਟਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਰਪਾਲਤਾ ਕਰਕੇ ਅਸਾਂ ਨੇ ਬਖਸ਼ਿਸ਼ ਕਰਨਾ ਕੀਤੀ, ਅਥਵਾ ਪ੍ਰੇਮ ਦੇ ਨਾਲ ਇਹ ਸਰੀਰ ਹੀ ਜਿਹੜਾ ਸੌਂਪ ਦੇਣਾ ਕੀਤਾ ਹੈ। ਤੇ ਸਤਿਗੁਰੂ ਜੀ ਨੇ ਸਾਨੂੰ ਨਾਮ ਧਨ ਦਿੱਤਾ ਹੈ। ਨਾਮ ਰੂਪੀ ਧਨ ਦੇ ਕਰਕੇ ਸਾਨੂੰ ਮੁੱਲ ਖਰੀਦ ਲਿਆ ਹੈ। ਹੁਣ ਇਸ ਸਰੀਰ ਤੇ, ਇਸ ਮਨ ਤੇ, ਇਸ ਬਾਣੀ ਤੇ ਸਾਡਾ ਕੋਈ ਦਾਵਾ ਨਹੀਂ ਰਿਹਾ। ਹੁਣ ਇਹ ਸਰੀਰ ਵੀ ਸਤਿਗੁਰੂ ਜੀ ਦਾ, ਜੀਓ ਪਿੰਡ ਸਭ ਤੇਰਾ। ਦਿੱਤਾ ਹੋਇਆ ਜੀਵਨ, ਸੂਖਸ਼ਮ ਸਰੀਰ, ਪ੍ਰਤੱਖ ਸਥੂਲ ਸਰੀਰ, ਸਾਰੇ ਸਤਿਗੁਰੂ ਜੀ ਦੀਆਂ ਦਾਤਾਂ ਨੇ। ਇਸੇ ਪ੍ਰਕਾਰ ਜੋ ਜੀਵ ਆਤਮਾ ਦਿੱਤੀ ਏ, ਜਿੰਦੜੀ ਜਿੰਦ ਵਿੱਚ ਪਾਈ ਏ, ਇਹ ਸਾਰੀਆਂ ਦਾਤਾਂ ਸਤਿਗੁਰੂ ਜੀ ਦੀਆਂ ਨੇ। ਤੇ ਨਾਮ ਰੂਪੀ ਦੌਲਤ ਸਤਿਗੁਰੂ ਜੀ ਨੇ ਦੇ ਕਰਕੇ ਸਾਨੂੰ ਮੁੱਲ ਲੈ ਲਿਆ। ਹੁਣ ਇਸ ਸਰੀਰ ਦੇ ਉੱਪਰ ਸਾਡਾ ਕੋਈ ਦਾਵਾ ਨਹੀਂ, ਇਸ ਮਨ ਦੇ ਉੱਪਰ ਵੀ ਸਾਡਾ ਕੋਈ ਦਾਵਾ ਨਹੀਂ। ਆਪੇ ਲਾਇਓ ਆਪਣਾ ਪਿਆਰ। ਸਤਿਗੁਰੂ ਜੀ ਨੇ ਆਪਣਾ ਗੋਲਾ ਜਾਣ ਕੇ, ਦਾਸ ਜਾਣ ਕੇ, ਚਾਕਰ ਜਾਣ ਕੇ, ਨਫਰ ਜਾਣ ਕੇ, ਨੌਕਰ ਜਾਣ ਕੇ ਸਾਡੇ ਹਿਰਦੇ ਨੂੰ ਆਪਣਾ ਪਿਆਰ ਆਪ ਹੀ ਲਗਾ ਦਿੱਤਾ ਹੈ। ਸਦਾ ਸਦਾ ਤਿਸ ਗੁਰ ਕਾ ਕਰੀ ਨਮਸਕਾਰ। ਹਜ਼ੂਰ ਫਰਮਾਵਣਾ ਕਰਦੇ ਨੇ ਐਸੇ ਪੂਰੇ ਸਤਿਗੁਰੂ ਜੀ ਨੂੰ ਅਸੀਂ ਸਦਾ ਸਦਾ ਨਮਸਕਾਰ ਕਰਦੇ ਹਾਂ, ਮਸਤਕ ਟੇਕਦੇ ਹਾਂ, ਕੋਟਾਨ ਕੋਟ ਵਾਰ ਜੋਹਾਰ ਕਰਦੇ ਹਾਂ। ਕਲਗੀਧਰ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਦੇ ਨੇ ਨਾ। ਜਾਪ ਸਾਹਿਬ ਜੀ ਦੀ ਬਾਣੀ ਦੇ ਵਿੱਚ, ਇੱਕ ਬਾਣੀ ਦੇ ਵਿੱਚ ਹੀ 201 ਵਾਰ ਨਮਸਕਾਰ ਕਰ ਦਿੱਤੀ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਵਾਹਿਗੁਰੂ ਜੀ ਦੇ ਜਿਹੜੇ ਨਾਮ ਕਥਨ ਕਰਕੇ ਤੇ ਨਮਸਤੰ ਤੋਂ ਭਾਵ ਹੈ ਨਮਸਕਾਰ। ਸੋ ਪਹਿਲੇ 2 ਪਾਠ ਨਮਸਤਵੰ, ਤੱਤੇ ਟਿੱਪੀ ਚਰਨ ਵਿੱਚ ਵਾਵਾ ਹੈ। ਤੇ ਵਿਆਕਰਣ ਦੇ ਅਨੁਸਾਰ ਜਿਹੜਾ ਚਰਨ ਵਾਲਾ ਸਾਧ ਸੰਗਤ ਜੀ ਵਾਵਾ ਹੁੰਦਾ ਉਹ ਔਂਕੜ ਤੇ ਐੜਾ ਬਣਦਾ ਹੈ। ਤੇ ਪਾਠ ਬਣੇਗਾ ਨੰਨਾ ਮੰਮਾ ਸੱਸਾ ਤੱਤੇ ਔਂਕੜ ਐੜੇ ਟਿੱਪੀ ਨਮਸਤਵੰ।
ਨਮਸਤੋ ਭਾਵ ਹੈ ਨਮਸਕਾਰ ਤੁਅੰ ਤੈਨੂੰ ਅਕਾਲੇ ਹੇ ਕਾਲ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤਵੰ ਕਿਰਪਾਲੇ ਸਭਨਾ ਦੇ ਉੱਪਰ ਕਿਰਪਾਲਤਾ ਕਰਨ ਵਾਲੇ ਕਿਰਪਾਲੂ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ। ਫਿਰ ਅੱਗੇ ਪਾਠ ਨਮਸਤੰ ਚੱਲਦੇ ਹਨ ਤੇ ਸਾਧ ਸੰਗਤ ਜੀ ਨਮਸਤੰ ਦਾ ਅਰਥ ਵੀ ਨਮਸਕਾਰ ਹੈ। ਅੱਗੇ ਜਾ ਕਰਕੇ ਪਾਠ ਨਮੋ ਆਉਂਦੇ ਨੇ, ਉਸ ਦਾ ਅਰਥ ਵੀ ਨਮਸਕਾਰ ਹੈ। ਇਸ ਪ੍ਰਕਾਰ ਹਜ਼ੂਰ ਨੇ ਨਮਸਕਾਰਾਂ ਕੀਤੀਆਂ ਨੇ। ਸੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਫਰਮਾਨ ਕਰਦੇ ਨੇ, ਐਸੇ ਆਪਣੇ ਗੁਰੂ ਨੂੰ ਅਸੀਂ ਘੜੀ ਪਲ ਨਹੀਂ ਬਲਕਿ ਸਦਾ ਸਦਾ ਵਾਸਤੇ ਨਮਸਕਾਰ ਕਰਦੇ ਹਾਂ। ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ। ਜਿਸ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਕੱਲ ਹਿਰਦੇ ਦੀ ਕਲਪਨਾ ਦਾ ਜਿਹੜਾ ਦੋਸ਼ ਸੀ ਉਹ ਚਲਿਆ ਗਿਆ। ਜੋ ਮਨ ਹਰ ਵੇਲੇ ਚਿਤਵਨੀ ਕਰਦਾ ਰਹਿੰਦਾ, ਕੁਝ ਨਾ ਕੁਝ ਸੋਚਦਾ, ਸੋਚੀ ਜਾਂਦਾ, ਸੋਚੀ ਜਾਂਦਾ, ਸੋਚੀ ਜਾਂਦਾ, ਫੁਰਨੇ ਕਰੀ ਜਾਂਦਾ, ਸੰਕਲਪ ਵਿਕਲਪ ਉਠਾਈ ਜਾਂਦਾ ਹੈ, ਇਹ ਕਲਪਨਾ ਹੈ ਮਨ ਦੀ। ਸੋ ਮਨ ਦੀ ਜਿਹੜੀ ਕੱਲ ਕਲਪਨਾ ਸੀ ਉਹ ਵੀ ਮਿਟ ਗਈ। ਇਸੇ ਪ੍ਰਕਾਰ ਮਨ ਦੇ ਜਿਹੜੇ ਰਾਗ ਦਵੈਸ਼ ਅਭਿਨਵੇਸ਼ ਇਤਿਆਦਿਕ 5 ਕਲੇਸ਼ ਸਨ ਉਹ ਵੀ ਮਿਟ ਗਏ। ਤੇ ਜਿਹੜੇ ਸਭ ਹੈ ਭਰਮ 5 ਪ੍ਰਕਾਰ ਦਾ ਭਰਮ ਹੈ, ਸੋ ਜੜ ਜੀਵ ਦਾ ਭਰਮ ਭੇਦ, ਇਸੇ ਪ੍ਰਕਾਰ ਜੀਵ ਜੀਵ ਦੇ ਭਰਮ ਦਾ ਭੇਦ ਹੈ, ਜੀਵ ਈਸ਼ ਦਾ ਭੇਦ ਹੈ, ਇਹ ਸਾਰੇ ਜਿਹੜੇ 5 ਪ੍ਰਕਾਰ ਦੇ ਭਰਮ ਤੇ ਭੇਦ ਨੇ ਉਹ ਵੀ ਮਿਟ ਗਏ। ਇਸੇ ਪ੍ਰਕਾਰ ਦੁੱਖ ਲਾਥਾ ਜਿਹੜਾ ਕਿ ਜੰਮਣ ਮਰਨ ਦਾ ਦੁੱਖ ਸੀ ਲੱਗਿਆ ਹੋਇਆ ਉਹ ਵੀ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਲੱਥ ਗਿਆ ਹੈ, ਅਭਾਵ ਹੋ ਗਿਆ ਹੈ, ਮਿਟ ਗਿਆ ਹੈ, ਨਾਸ਼ ਹੋ ਗਿਆ ਹੈ। ਕਹੋ ਨਾਨਕ ਮੇਰਾ ਗੁਰ ਸਮਰਾਥਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸਿੱਖੋ ਐਸਾ ਹੈ ਮੇਰਾ ਪੂਰਾ ਸਮਰੱਥ ਗੁਰੂ, ਐਸਾ ਹੈ ਮੇਰਾ ਵੱਡਾ ਨਿਰੰਕਾਰ ਦਾ ਸਰਗੁਣ ਸਰੂਪ ਸਤਿਗੁਰੂ, ਜੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੂ, ਜੋ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸਾ ਹੈ ਮੇਰਾ ਸਰਬ ਕਲਾ ਸਮਰੱਥ ਸਤਿਗੁਰੂ। ਕਾਰਨ ਪ੍ਰਭ ਏਕ ਹੈ, ਦੂਸਰ ਨਾਹਿਨ ਕੋਏ, ਜਿਸ ਤੋਂ ਇਲਾਵਾ ਦੂਜਾ ਕੋਈ ਕਾਰਜਾਂ ਨੂੰ ਕਰਨ ਤੇ ਕਰਾਉਣੇ ਦੇ ਸਮਰੱਥੀ ਨਹੀਂ। ਜੋ ਖਿਨਮਹਿ ਥਾਪੋ ਥਾਪਨ ਹਾਰਾ, ਨਿਮਖ ਮਾਤਰ ਸਮੇਂ ਦੇ ਅੰਦਰ ਕਰੋੜਾਂ ਬ੍ਰਹਮੰਡਾਂ ਦੀ ਸਿਰਜਣਾ ਕਰਕੇ ਨਿਮਖ ਮਾਤਰ ਸਮੇਂ ਦੇ ਅੰਦਰ ਮੇਟ ਦੇਣ ਵਾਲਾ ਹੈ। ਐਸਾ ਹੈ ਮੇਰਾ ਗੁਰ ਸਮਰੱਥਾ, ਐਸਾ ਹੈ ਮੇਰਾ ਸਮਰੱਥ ਸਤਿਗੁਰੂ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਸਤਿਗੁਰੂ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਤੇ ਸੇਵਾ ਦਾ ਨਿਰੂਪਣ ਕਰਦੇ ਨੇ। ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ। ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਤਿਗੁਰੂ ਜੀ ਕਿਰਪਾਲਤਾ ਕਰਕੇ ਸਾਡੀਆਂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਪਿਆਰੀ ਗੁਰਸਿੱਖੀ ਬਖਸ਼ ਕਰਕੇ ਕਿਰਤਾਰਥ ਕਰਨ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰੱਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।